DNA ਚੈੱਕ ਕੀਤਾ ਆदिवासियों ਦਾ ਜੋ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ, ਇਹਨਾਂ ਨੂੰ ਬੇਸਿਕਲੀ ਉਹ ਸਾਰਾ ਸੇਮ ਨਿਕਲਿਆ। ਯਾਨੀ ਕਿ ਜਿੱਥੇ ਜਿੱਥੇ ਵੀ ਇਹ ਰਹਿੰਦੇ ਆ ਉਹਨਾਂ ਨੇ ਹਿਮਾਚਲ ਦੀਆਂ ਜਿਹੜੀਆਂ ਵੈਲੀਆਂ ਆ, ਹਿਮਾਲਿਆ ਦੀਆਂ ਜਿਹੜੀਆਂ ਵੈਲੀਆਂ, ਉੱਥੋਂ ਲੈ ਕੇ ਤਾਂ ਉਹਨਾਂ ਨੇ ਸ਼੍ਰੀਲੰਕਾ ਤੱਕ ਟੈਸਟ ਕੀਤਾ ਐਂਡ ਬੇਸਿਕਲੀ ਇਹਨਾਂ ਦਾ DNA ਸੇਮ। ਇਹਨਾਂ ਦਾ DNA ਸਾਡੇ ਨਾਲ ਨਹੀਂ ਮਿਲਦਾ। ਜਿਹੜੇ ਅਸੀਂ ਪੰਜਾਬੀ ਲੋਕ ਆ ਜਾਂ ਰਾਜਪੂਤ ਆ ਜਾਂ ਹਿੰਦੂ ਆ ਜਾਂ ਪਾਰਸੀ ਲੋਕ ਆ, ਇਹਨਾਂ ਦਾ DNA ਸਾਡੇ ਨਾਲ ਨਹੀਂ ਮਿਲਦਾ। ਸੋ ਇੰਡੀਆ ਦੇ ਅਸਲੀ ਵਾਸੀ ਇਹ ਲੋਕ। ਔਰ ਜਿਸ ਤਰ੍ਹਾਂ ਤੁਹਾਨੂੰ ਮੈਂ ਦਿਖਾਇਆ ਕਿ ਜਿਹੜਾ ਉਹਨਾਂ ਦਾ ਸ਼ਾਮਾਨ ਆ, ਜਿਹੜਾ ਉਹਨਾਂ ਦਾ ਇਹ ਗੁਰੂ ਵੀ ਹੁੰਦੇ, ਇਹਨੂੰ ਮੰਨਦੇ ਆ, ਵੈਦ ਵੀ ਇਹੋ ਹੀ ਹੁੰਦਾ, ਸਾਰੀਆਂ ਚੀਜ਼ਾਂ ਇੱਕ ਜਿਹੀ ਹੁੰਦੀਆਂ। ਇਹ ਜਿੱਥੇ ਮਰਜੀ ਤੁਸੀਂ ਦੇਖ ਲਓ, ਇਹਨਾਂ ਨੇ ਆਪਣੇ ਸਿਰਾਂ ਤੇ ਏਦਾਂ ਹੀ ਪੱਤੇ ਬੰਨੇ ਹੁੰਦੇ ਆ, ਏਦਾਂ ਹੀ ਪਰ ਲਾਏ ਹੁੰਦੇ ਆ। ਚਾਹੇ ਅਸੀਂ ਨੇਟਿਵ ਇੰਡੀਅਨ ਦੇਖ ਲਈਏ, ਚਾਹੇ ਉੱਥੇ ਦੇ ਨੇਟਿਵ ਦੇਖ ਲਓ, ਚਾਹੇ ਤੁਸੀਂ ਇੰਗਲੈਂਡ ਦੇ ਵਿੱਚ ਜਾ ਕੇ ਉੱਥੇ ਦੇ ਨੇਟਿਵ ਦੇਖ ਲਓ, ਤੇ ਚਾਹੇ ਤੁਸੀਂ ਰਸ਼ੀਆ ਦੇ ਵਿੱਚ ਜਾ ਕੇ ਉੱਥੇ ਦੇ ਨੇਟਿਵ ਦੇਖ ਲਓ, ਔਰ ਚਾਹੇ ਚਾਈਨਾ ਦੇ ਵਿੱਚ ਜਾ ਕੇ ਉੱਥੇ ਦੇ ਨੇਟਿਵ ਦੇਖ ਲਓ। ਇਹ ਸਭ ਦੇ ਸਭ ਇੱਕੋ ਚੀਜ਼ ਨੂੰ ਪੂਜਦੇ ਆ, ਇਹ ਪ੍ਰਕਿਰਤੀ ਨੂੰ ਪੂਜਦੇ ਆ। ਔਰ ਇਹਨਾਂ ਦਾ ਜਿਹੜਾ ਕਹਿਣਾ ਆ ਕਿ ਅਸੀਂ ਸਪੈਸ਼ਲੀ ਜਿਹੜੇ ਹਿੰਦੁਸਤਾਨ ਦੇ ਆ, ਉਹ ਕਹਿੰਦੇ ਕਿ ਅਸੀਂ ਪਰਮੇਸ਼ਵਰ ਨਹੀਂ ਕਹਿੰਦੇ, ਅਸੀਂ ਭਗਵਾਨ ਕਹਿੰਦੇ ਹਾਂ। ਭਗਵਾਨ ਕਿੱਥੋਂ ਆਇਆ? ਉਹ ਕਹਿੰਦੇ ਕਿ ਜਿਹੜਾ ਪੱਬੇ ਤੋਂ भा तो भूमि, गा से गगन, बा से वायु एंड ना से नीर। और ਜਿਹੜਾ ਵਿੱਚ ਇੱਕ ਆ ਲਗਾਇਆ ਉਹ ਆਤਮਾ ਜੋ ਪ੍ਰਭੂ ਦੀ ਆਉਂਦੀ ਹੈ। ਔਰ ਇਸ ਕਰਕੇ ਅਸੀਂ ਇਹਨਾਂ ਪੰਜ ਚੀਜ਼ਾਂ ਨੂੰ ਮੂਹਰੇ ਰੱਖ ਕੇ ਅਸੀਂ ਇਸ ਦੀ ਪੂਜਾ ਕਰਦੇ ਹਾਂ। ਔਰ ਆ ਜਿਹੜਾ ਵਿੱਚ ਭਗਵਾਨ ਦੇ ਵਿੱਚ ਜਿਹੜਾ ਆ, ਇਹ ਚਾਰਾਂ ਚੀਜ਼ਾਂ ਨੂੰ ਜੋੜਦਾ, ਔਰ ਇਸ ਕਰਕੇ ਅਸੀਂ ਇਸ ਦੀ ਪੂਜਾ ਕਰਦੇ ਹਾਂ। ਅਜੀਬ ਚੀਜ਼ ਹੈ, ਪ੍ਰਭੂ ਇਹਨਾਂ ਨੂੰ ਗਾਈਡ ਕਰਦਾ ਪਿਆ। ਜੇ ਉਸਨੇ ਆਪਣਾ ਮੁਕਤੀ ਦਾ ਰਸਤਾ ਸ਼ੈਮ ਦੇ ਕਬੀਲੇ ਦੇ ਰਾਹੀਂ ਸਾਨੂੰ ਦਿੱਤਾ, ਉਹਦੇ ਘਰਾਣੇ ਦੇ ਰਾਹੀਂ ਦਿੱਤਾ, ਉਹਦੇ ਕਬੀਲੇ ਦੇ ਰਾਹੀਂ ਵੀ ਨਹੀਂ ਦਿੱਤਾ। ਉਹ ਤਾਂ ਬਹੁਤਾ ਉਸਦਾ ਕਬੀਲਾ ਜਿਹੜਾ ਸੀਗਾ, ਉਹਨਾਂ ਦੇ ਹੋਰ ਵੀ ਧੀਆ ਪੁੱਤਰ ਸੀਗੇ, ਉਹ ਆਪਣੇ ਰਾਹਾਂ ਤੇ ਤੁਰਦੇ ਰਹੇ, ਉਹਨਾਂ ਨੇ ਆਪਣੇ ਰਾਹ ਬਣਾ ਲਏ ਸੀਗੇ, ਔਰ ਉਹ ਨਿਕਲਦੇ ਰਹੇ, ਔਰ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਬਸਾਉਂਦੇ ਰਹੇ। ਪਰ ਖਾਸ ਕਰਕੇ ਸ਼ੈਮ ਦੇ ਕਬੀਲੇ ਦੇ ਜਿਹੜੇ ਬਹੁਤੇ ਲੋਕ ਸੀਗੇ ਤੇ ਯਾਫਤ ਦੇ ਕਬੀਲੇ ਦੇ ਜਿਹੜੇ ਬਹੁਤੇ ਲੋਕ ਸੀ, ਉਹ ਮੂਰਤੀ ਪੂਜਾ ਦੇ ਵਿੱਚ ਪਏ, ਔਰ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਮਿਕਸਚਰ ਵੀ ਬਹੁਤ ਹੋਏ, ਬਹੁਤ ਇੱਕ ਦੂਜੇ ਦੇ ਨਾਲ ਮਿਲੇ। ਲੇਕਿਨ ਹਾਮ ਦੇ ਕਬੀਲੇ ਦੇ ਜਿਹੜੇ ਲੋਕ ਆ, ਇਹ ਬੇਸਿਕਲੀ ਇਸੇ ਤਰ੍ਹਾਂ ਜੰਗਲੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਆ, ਔਰ ਸਿਰਫ ਉਸਨੂੰ ਕਨਾਨ ਨੂੰ ਛੱਡ ਕੇ, ਜਿਸ ਨੂੰ ਡਾਇਰੈਕਟ ਪ੍ਰਭੂ ਉਸਦੇ ਦਾਦੇ ਨੇ ਉਸਨੂੰ ਸ਼ਰਾਪ ਦਿੱਤਾ ਸੀ, ਉਸ ਤੋਂ ਉਹਨੂੰ ਛੱਡ ਕੇ ਅਸੀਂ ਕਿਤੇ ਵੀ ਇਹਨਾਂ ਦਾ ਕੋਈ ਸਟਰੋਂਗ ਕਬੀਲਾ ਨਹੀਂ ਦੇਖਦੇ ਪਏ। ਉਹ ਬਹੁਤ ਸਟਰੋਂਗ ਕਬੀਲਾ ਉਹਨਾਂ ਦਾ ਬਣਿਆ। ਬੇਸਿਕਲੀ ਜਿਹੜਾ ਸਾਰਾ ਅੱਜ ਦਾ ਇਜ਼ਰਾਈਲ ਆ, ਇਹ ਉਹਨਾਂ ਦੇ ਨਾਲ ਹੀ ਬਸਿਆ ਸੀ, ਉਹਨਾਂ ਨੇ ਇਹ ਸਾਰੇ ਇਲਾਕੇ ਨੂੰ ਬਸਾਇਆ ਸੀ। ਔਰ ਅਸੀਂ ਇੱਥੇ ਦੇਖਦੇ ਪਏ ਕਿ ਕਿਸ ਤਰ੍ਹਾਂ ਪ੍ਰਭੂ ਨੇ ਦੂਰ ਦੂਰ ਤੱਕ ਆਪਣੇ ਲੋਕਾਂ ਨੂੰ ਬਸਾਇਆ ਤੇ ਲੈ ਕੇ ਗਿਆ। ਇਹ ਕਿਉਂਕਿ ਹੁਣ ਇਹਨਾਂ ਦੇ ਵਿੱਚ ਵੀ ਲੋਕ ਪੜ੍ਹ ਲਿਖ ਗਏ, ਸਪੈਸ਼ਲੀ ਬਾਬਾ ਸਾਹਿਬ ਅੰਬੇਡਕਰ, ਜਿਨ੍ਹਾਂ ਨੇ ਸਾਨੂੰ ਦਿੱਤਾ, ਸਾਡਾ ਸੰਵਿਧਾਨ ਦਿੱਤਾ ਇੰਡੀਆ ਦਾ। ਕਾਫੀ ਪੜ੍ਹੇ ਲਿਖੇ ਇਨਸਾਨ ਸੀ, ਔਰ ਫਾਈਨਾਂਸ ਦੇ ਵਿੱਚ
ਇੰਗਲੈਂਡ ਦੇ ਵਿੱਚ ਉਹ ਪੜ੍ਹੇ ਹੋ ਸੀ, ਉਹਨਾਂ ਨੇ ਬਹੁਤ ਲੋਕਾਂ ਦੀ ਮਦਦ ਕੀਤੀ, ਉਹਨਾਂ ਨੂੰ ਇੰਗਲੈਂਡ ਘੱਲਿਆ, ਪੜ੍ਹਾਇਆ। ਔਰ ਉਹਨਾਂ ਨੇ ਇਹ ਸਾਰਾ ਉਦੋਂ ਦਾ ਇਹ ਮਸਲਾ ਉੱਠਿਆ ਆ ਤੇ ਹੁਣ ਇੰਡੀਆ ਦੇ ਵਿੱਚ ਮਸਲਾ ਬਹੁਤ ਮਗਿਆ ਹੈ। ਉਸਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਜਿਹੜੇ ਹਿੰਦੂ ਆ ਔਰ ਪਾਰਸੀ ਆ, ਇਹ ਬਾਅਦ ਚ ਆਏ ਆ, ਬ੍ਰਾਹਮਣ ਬਾਅਦ ਚ ਆਏ ਆ, ਔਰ ਇਹਨਾਂ ਨੇ ਆ ਕੇ ਸਾਨੂੰ ਆਪਣੇ ਗੁਲਾਮ ਬਣਾ ਲਿਆ। ਇਹਨਾਂ ਦੇ ਕੋਲ ਘੋੜੇ ਸੀ, ਇਹਨਾਂ ਦੇ ਕੋਲ ਹਾਥੀ ਸੀ, ਔਰ ਇਹਨਾਂ ਦੇ ਕੋਲ ਜਿਸਲੇ ਤੁਸੀਂ ਥੋੜਾ ਜਿਹਾ ਡੀਪ ਇਹਦੇ ਵਿੱਚ ਜਾਂਦੇ ਆ ਤੇ ਫਿਰ ਪਤਾ ਲੱਗਦਾ ਕਿ ਇਹਨਾਂ ਦੇ ਕੋਲ ਘੋੜੇ ਸੀ, ਇਹਨਾਂ ਦੇ ਕੋਲ ਹਾਥੀ ਸੀ, ਇਹਨਾਂ ਦੇ ਕੋਲ ਦੂਸਰੇ ਰੱਥ ਸੀਗੇ ਲੜਾਈ ਦੇ। ਤਾਂ ਇਹਨਾਂ ਨੇ ਆ ਕੇ ਸਾਨੂੰ ਬੇੜੀਆਂ ਪਾਈਆਂ। ਹੁਣ ਜਿਸਲੇ ਉਹਨਾਂ ਨੇ ਆ ਕੇ ਜਾਤਾਂ ਦੇ ਵਿੱਚ ਵੰਡ ਦਿੱਤਾ, ਉਹਨਾਂ ਨੇ ਬੇਸਿਕਲੀ ਉੱਚੀਆਂ 3 ਜਾਤਾਂ ਆਪ ਰੱਖ ਲਈਆਂ ਔਰ ਇਹਨਾਂ ਨੂੰ ਸ਼ੂਦਰ ਕਹਿ ਕੇ ਤਾਂ ਉਹਦੇ ਵਿੱਚ ਫਿਰ ਬਾਕੀ ਦੀਆਂ ਇਹਨਾਂ ਨੂੰ ਸ਼ੂਦਰ ਬਣਾ ਕੇ ਤਾਂ ਇਹਨਾਂ ਨੂੰ ਵੀ ਗਾਂ 3 4 5 6 ਜਾਤਾਂ ਦੇ ਵਿੱਚ ਕੰਮ ਕਰਨ ਦੇ ਅਨੁਸਾਰ ਵੰਡ ਦਿੱਤਾ। ਲੱਕੜੀ ਦਾ ਕੰਮ, ਜਾਨਵਰਾਂ ਦਾ ਕੰਮ, ਦੂਸਰਾ ਸਫਾਈ ਦਾ ਕੰਮ, ਉਹਨਾਂ ਨੇ ਗਾਂ ਇਹਨਾਂ ਨੂੰ ਵੰਡ ਦਿੱਤਾ। ਇਹਨਾਂ ਨੂੰ ਬੇਸਿਕਲੀ ਉਹਨਾਂ ਨੇ ਆਪਣੇ ਗੁਲਾਮ ਬਣਾ ਲਿਆ। ਔਰ ਹੁਣ ਇਹਨਾਂ ਦੇ ਵਿੱਚ ਜਾਗਰਤੀ ਆ ਰਹੀ ਆ। ਹੁਣ ਇਹਨਾਂ ਦੇ ਵਿੱਚ ਡਾਕਟਰ ਜਿਹੜੇ ਆਰਕੀਓਲੋਜੀ ਦਾ ਕੰਮ ਕਰਦੇ ਆ ਉਹ ਉੱਠਦੇ ਪਏ ਆ, ਔਰ ਉਹ ਜਿਹੜੇ ਉਜੜੇ ਉਹ ਸ਼ਹਿਰ ਆ ਜਿਹੜੇ ਹਿਮਾਲਿਆ ਦੇ ਵਿੱਚ ਮਿਲਦੇ ਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਉਹ ਦੇਖਦੇ ਪਏ ਆ ਕਿ ਕਿਸ ਤਰ੍ਹਾਂ ਅੱਜ ਤੋਂ 3400 ਸਾਲ ਪਹਿਲਾਂ ਉਹਨਾਂ ਨੂੰ ਇੱਕ ਜਗ੍ਹਾ ਲੱਭੀ ਆ ਜਿੱਥੇ ਮੁਰਦੇ ਦਫਨਾਇਓ ਆ। ਤੇ ਹਿੰਦੂ ਕੋਸ਼ਿਸ਼ ਕਰਦੇ ਪਏ ਆ ਕਿ ਉਹ ਸਾਡੇ ਬਜ਼ੁਰਗ ਆ, ਲੇਕਿਨ ਉਹਨਾਂ ਨੇ ਇੰਗਲੈਂਡ ਤੱਕ ਉਹਨਾਂ ਦੀ ਖੋਜ ਕਰਾ ਕੇ ਤੇ ਉਹਨਾਂ ਨੂੰ ਹਿੰਦੂਆਂ ਨੂੰ ਦੱਸ ਦਿੱਤਾ ਕਿ ਨਹੀਂ, ਇਹ ਤੁਸੀਂ ਨਹੀਂ ਹੈ, ਤੁਸੀਂ ਬਾਅਦ ਚ ਆਏ, ਤੁਸੀਂ ਬਾਅਦ ਚ ਆਏ। ਬੇਸਿਕਲੀ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆਉਂਦੇ ਹਾਂ, ਅਸੀਂ ਬਾਅਦ ਦੇ ਵਿੱਚ ਆਏ ਹਾਂ ਜਿਹੜਾ ਨੇ ਵਸਾਇਆ। ਸੋ ਕਿਹਨਾਂ ਨੇ ਉਹ ਇਲਾਕੇ ਵਸਾਏ? ਹਾਮ ਦੇ ਕਬੀਲੇ ਨੇ। ਇਹੋ ਹੀ ਲਿਵਿੰਗ ਸਟਾਈਲ ਅਸੀਂ ਅਗਰ ਨੇਟਿਵ ਲੋਕਾਂ ਦਾ ਕੈਨੇਡਾ ਦੇ ਵਿੱਚ ਦੇਖੀਏ ਤਾਂ ਇਹੋ ਹੀ ਲਿਵਿੰਗ ਸਟਾਈਲ ਉਹਨਾਂ ਦਾ ਆ। ਇਹੋ ਹੀ ਲਿਵਿੰਗ ਸਟਾਈਲ ਅਗਰ ਅਸੀਂ ਅਫਰੀਕਾ ਦੇ ਵਿੱਚ ਦੇਖੀਏ ਤੇ ਏਦਾਂ ਦਾ ਹੀ ਲਿਵਿੰਗ ਸਟਾਈਲ ਅਫਰੀਕਾ ਦੇ ਵਿੱਚ ਆ। ਔਰ ਸ਼ਕਲਾਂ ਬਕਲਾਂ ਵੀ ਤੁਸੀਂ ਹਾਂ ਕਿਤੇ ਕ੍ਰਾਸ ਜਨਰੇਸ਼ਨ ਦੇ ਵਿੱਚ ਕਿਤੇ ਆਪਸ ਦੇ ਵਿੱਚ ਵਿਆਹ ਹੋ ਕੇ ਜਿਹੜੇ ਗਾਂ ਹੁਣ ਬੱਚੇ ਆ ਉਹ ਪੜ੍ਹੇ ਲਿਖੇ ਡਾਕਟਰ ਆ, ਉਹ ਗਾਂ ਹਿੰਦੂ ਕੁੜੀਆਂ ਦੇ ਨਾਲ ਵਿਆਹ ਕਰਾ ਲੈਂਦੇ, ਜਿਹੜੇ ਗਾਂ ਉਹਨਾਂ ਦੇ ਬੱਚੇ ਆ ਉਹ ਫੇਰ ਲੱਗਣ ਲੱਗ ਪੈਂਦੇ ਆ। ਲੇਕਿਨ ਅਗਰ ਇਹਨਾਂ ਦਾ ਗਰੀਬ ਤਬਕਾ ਦੇਖੀਏ ਜਿਹੜਾ ਹਾਲੇ ਵੀ ਜੰਗਲਾਂ ਦੇ ਵਿੱਚ ਰਹਿੰਦਾ ਹੈ, ਉਹ ਨਹੀਂ ਬਹੁਤਾ ਰਲਦੇ ਮਿਲਦੇ। ਉਹਨਾਂ ਨੂੰ ਦੇਖੀਏ ਤਾਂ ਉਹਨਾਂ ਦੀਆਂ ਸ਼ਕਲਾਂ ਬਿਲਕੁਲ ਉਹੀ ਆ। ਰੰਗ ਪੱਕੇ ਹੁੰਦੇ ਜਾਂਦੇ ਆ। ਅਫਰੀਕਾ ਦੇ ਵਿੱਚ ਚਲ ਜਾਈਏ ਤੇ ਉਹ ਬਿਲਕੁਲ ਉਦਾਂ ਦੀਆਂ ਸ਼ਕਲਾਂ ਉਹੀ ਉਸੇ ਤਰ੍ਹਾਂ ਦੀ, ਔਰ ਇਹਨਾਂ ਦੀਆਂ ਬੋਲੀਆਂ ਦੇ ਵਿੱਚ ਵੀ ਬਹੁਤ ਨੇੜਤਾ ਆ। ਸੋ ਇੱਥੋਂ ਸਾਨੂੰ ਪ੍ਰਭੂ ਦੀ ਉਹ ਸੱਚਾਈ ਪਤਾ ਲੱਗਦੀ ਆ ਕਿ ਜਿਸਲੇ ਪ੍ਰਭੂ ਨੇ ਨੋਹਾਂ ਨੂੰ ਕਿਹਾ ਕਿ ਧਰਤੀ ਨੂੰ ਭਰ ਦਿਓ, ਔਰ ਫਿਰ ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਤਾਂ ਏਦਾਂ ਖਿੱਲਰ ਜਾਵਾਂਗੇ। ਸੋ ਉਹ ਟਾਵਰ ਆਫ ਬੇਬਲ ਤੇ ਇਕੱਠੇ ਹੋ ਗਏ ਔਰ ਪ੍ਰਭੂ ਨੇ ਉਹਨਾਂ ਦੀਆਂ ਬੋਲੀਆਂ ਵਿਗਾੜ ਦਿੱਤੀਆਂ, ਔਰ ਉੱਥੋਂ ਪ੍ਰਭੂ ਨੇ ਉਹਨਾਂ ਨੂੰ ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਘੱਲ ਦਿੱਤਾ ਔਰ ਉਹਨਾਂ ਨੂੰ ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਵਸਾ ਦਿੱਤਾ। ਲੇਕਿਨ ਕਿਉਂਕਿ ਜਿਹੜੀ 2 ਕਬੀਲੇ ਜਿਹਨਾਂ ਨੂੰ ਇਹ ਬਰਕਤ ਮਿਲੀ ਸੀ ਕਿ ਇੱਕ ਜਿਹੜਾ ਆ ਉਹਨੂੰ ਤਾਂ ਬਰਕਤ ਜਿਹੜੀ ਨੋਹਾਂ ਨੇ ਆਪਣੀ ਸੀ ਉਹ ਦੇ ਦਿੱਤੀ, ਪਰ ਉਸਨੂੰ ਕਿਹਾ ਕਿ ਜਿਹੜਾ ਜਾਫਤ ਆ, ਜਿਹੜਾ ਤੀਜਾ ਕਬੀਲਾ, ਉਹ ਵੀ ਤੇਰੇ ਤੰਬੂ ਦੇ ਵਿੱਚ ਰਹੇਗਾ। ਯਾਨੀ ਕਹਿਣ ਦਾ ਮਤਲਬ ਉਹ ਤੇਰਾ ਸਾਥ ਦੇਗਾ, ਉਹ ਹਮੇਸ਼ਾ ਤੇਰੇ ਨਾਲ ਖੜਾ ਰਹੇਗਾ। ਸੋ ਅਸੀਂ ਇਹਨਾਂ ਨੂੰ ਹਮਲਾਵਰ ਦੇਖਦੇ ਪਏ ਹਾਂ। ਇਹਨਾਂ ਨੂੰ ਉਹਨਾਂ ਕਿਹਾ ਸੀਗਾ ਕਿ ਜਿਹੜਾ ਹਾਮ ਦਾ ਕਬੀਲਾ ਉਹ ਹਮੇਸ਼ਾ ਇਸ ਦੀ ਗੁਲਾਮੀ ਕਰੇਗਾ। ਔਰ ਅਸੀਂ ਬੇਸਿਕਲੀ ਉਹੀ ਚੀਜ਼ ਦੇਖਦੇ ਪਏ ਕਿ
ਹੁਣ ਅਸੀਂ ਦੇਖਦੇ ਪਏ ਕਿ ਜਿਹੜੇ ਮੁਲਕ ਕਾਲਿਆਂ ਦੇ ਮੁਲਕ ਅਫਰੀਕਾ ਦੇ ਮੁਲਕ ਉਹ ਆਜ਼ਾਦ ਹੋ ਰਹੇ ਆ, ਉਹ ਹੁਣ ਆਪ ਰਾਜ ਕਰਨਾ ਉਹਨਾਂ ਨੇ ਸ਼ੁਰੂ ਕੀਤਾ। ਲੇਕਿਨ ਕਾਹਦਾ ਰਾਜ ਆ? ਹਰੇਕ ਕੱਲੀ ਕੱਲੀ ਚੀਜ਼ ਦੇ ਲਈ ਤਾਂ ਮੁਹਤਾਜ ਆ ਵਿਚਾਰੇ, ਕਾਹਦਾ ਉਹਨਾਂ ਦਾ ਰਾਜ? ਠੀਕ, ਉਹ ਅਸੀਂ ਉਹ ਦੇਖਦੇ ਪਏ ਕਿ ਇਹ ਬੇਸਿਕਲੀ ਜਿਹੜਾ ਰਾਜ ਆ ਉਹ ਦੋਵਾਂ ਦੇ ਹੱਥਾਂ ਦੇ ਵਿੱਚ ਆ। ਇਜ਼ਰਾਈਲੀ ਲੋਕਾਂ ਦੇ ਹੱਥਾਂ ਦੇ ਵਿੱਚ, ਕਿਉਂਕਿ ਸਾਰਾ ਧਨ ਉਹਨਾਂ ਦੇ ਕੋਲ, ਔਰ ਇਸ ਦੇ ਨਾਲ ਨਾਲ ਜਿਹੜੇ ਜਾਪਤ ਦੇ ਕਬੀਲੇ ਦੇ ਬਾਕੀ ਆ, ਜਿਨ੍ਹਾਂ ਵਿੱਚ ਗੋਰੇ ਆ ਜਾਂਦੇ ਆ, ਚਾਈਨੀਜ਼ ਆ ਜਾਂਦੇ ਆ, ਰਸ਼ੀਅਨ ਆ ਜਾਂਦੇ ਆ, ਉਹਨਾਂ ਦੇ ਹੱਥਾਂ ਦੇ ਵਿੱਚ, ਔਰ ਉਹਨਾਂ ਨੇ ਜਾ ਕੇ ਕਬਜ਼ੇ ਕੀਤੇ ਹੋ ਆ। ਔਰ ਇਹ ਜਿਹੜੇ ਲੋਕ ਆ, ਜਿੱਦਾਂ ਪ੍ਰਭੂ ਨੇ ਕਿਹਾ ਸੀ ਉਸੇ ਤਰ੍ਹਾਂ ਹੋ ਰਿਹਾ। ਲੇਕਿਨ ਪਰ ਪ੍ਰਭੂ ਦਾ ਸ਼ੁਕਰ ਆ ਕਿ ਜੇ ਹਮਲਾਵਰ ਬਣਾਏ ਆ ਤੇ ਇਹਦੇ ਨਾਲ ਮਸੀਹ ਦਾ ਨਾਮ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਾ ਰਿਹਾ, ਹਰ ਜਗ੍ਹਾ ਤੇ ਮਸੀਹ ਦਾ ਨਾਮ ਜਾ ਰਿਹਾ। ਔਰ ਦੇਖੋ ਕਿੰਨੀ ਕਿੰਨੀ ਵੱਡੀ ਇਹਦੇ ਵਿੱਚ ਅਸੀਂ ਪ੍ਰਭੂ ਦੀ ਦਇਆ ਦੇਖ ਸਕਦੇ ਹਾਂ ਕਿ ਜੋ ਨੋਹਾ ਨੇ ਸਰਾਫ ਦਿੱਤਾ, ਗਲਤੀ ਨੋਹਾ ਦੀ ਆਪਣੀ ਸੀ, ਸਰਾਫ ਦਿੱਤਾ, ਪ੍ਰਭੂ ਹੁਣ ਉਸ ਸਰਾਫ ਤੋਂ ਉਹਨਾਂ ਨੂੰ ਛੁਟਕਾਰਾ ਦੇ ਰਿਹਾ। ਕਿਉਂਕਿ ਬਹੁਤ ਸਾਰੇ ਇਹ ਲੋਕ ਪ੍ਰਭੂ ਦੇ ਕੋਲ ਆ ਰਹੇ। ਅਫਰੀਕਾ ਵਿੱਚ ਤਾਂ ਬਹੁਤ ਸਾਰੇ ਲੋਕ ਪ੍ਰਭੂ ਦੇ ਕੋਲ, ਠੀਕ, ਥੋੜੇ ਬਹੁਤੇ ਹੀ ਜਿਹੜੇ ਉਹ ਆਪਣੇ ਵੂਡੂ ਵਗੈਰਾ ਨੂੰ ਮੰਨਦੇ ਆ, ਲੇਕਿਨ ਅਫਰੀਕਾ ਦੇ ਵਿੱਚ ਤਾਂ ਹੁਣ ਆਮ ਲੋਕ ਮਸੀਹੀ ਆ, ਜਾਂ ਇਸਲਾਮ ਦੇ ਵਿੱਚ ਆ, ਜਾਂ ਮਸੀਹੀ ਆ। ਸੋ ਅਸੀਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ। ਸੋ ਆਓ ਅਸੀਂ ਹੁਣ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਵਧੀਏ। ਕੱਲ ਅਸੀਂ ਪਰਸੋਂ ਅਸੀਂ 22ਵਾਂ ਭਾਵ ਦੇਖਿਆ ਸੀ। ਸੋ ਆਓ ਅਸੀਂ 22ਵੇਂ ਭਾਵ ਨੂੰ ਦੁਬਾਰਾ ਪੜ੍ਹਦੇ ਇੱਕ ਵਾਰੀ। ਇਸ ਦੀ 1 ਆਇਤ ਤੋਂ ਲੈ ਕੇ ਇਸ ਦੀ 19 ਆਇਤ ਤੱਕ ਇੱਕ ਵਾਰੀ ਦੁਬਾਰਾ ਦੇਖਾਂਗੇ, ਫਿਰ ਇਸ ਨੂੰ ਪ੍ਰਭੂ ਦੇ ਵਚਨ ਦੇ ਵਿੱਚ ਇਸ ਦੇ ਵੱਲ ਜਾਵਾਂਗੇ। ਜਿਸ ਨੂੰ ਮਿਲ ਜਾਏ ਪੜ੍ਹ। ਮੈਂ ਪੜ੍ਹਦੇ ਮਾਸਟਰ ਜੀ। ਹਾਂਜੀ। ਇਸਹਾਕ ਦੀ ਬਲੀ ਦੀ ਮੰਗ। ਇਹਨਾਂ ਗੱਲਾਂ ਦੇ ਪਿੱਛੋਂ ਪਰਮੇਸ਼ਰ ਨੇ ਅਬਰਾਹਮ ਨੂੰ ਪਰਤਾਇਆ। ਪਰਮੇਸ਼ਰ ਨੇ ਉਸ ਨੂੰ ਅਬਰਾਹਮ ਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਪਰਮੇਸ਼ਰ ਨੇ ਕਿਹਾ, ਆਪਣੇ ਇਕਲੌਤੇ ਪੁੱਤਰ ਇਸਹਾਕ ਨੂੰ, ਜਿਸ ਨੂੰ ਤੂੰ ਬਹੁਤ ਪਿਆਰ ਕਰਦਾ ਹੈ, ਲੈ ਅਤੇ ਮੋਰੀਆ ਦੀ ਧਰਤੀ ਤੇ ਜਾ। ਉੱਥੇ ਮੈਂ ਤੈਨੂੰ ਇੱਕ ਪਹਾੜ ਦਿਖਾਵਾਂਗਾ, ਜਿੱਥੇ ਤੂੰ ਉਸ ਨੂੰ ਹੋਮ ਬਲੀ ਦੇ ਰੂਪ ਵਿੱਚ ਚੜਾਉਣਾ। ਅਗਲੇ ਦਿਨ ਸਵੇਰੇ ਹੀ ਅਬਰਾਹਮ ਨੇ ਕੁਝ ਲੱਕੜਾਂ ਹੋਮ ਬਲੀ ਦੇ ਲਈ ਕੱਟ ਕੇ ਆਪਣੇ ਗਧੇ ਤੇ ਲੱਦੀਆਂ। ਫਿਰ ਉਹ ਆਪਣੇ 2 ਨੌਕਰਾਂ ਨੂੰ ਤੇ ਆਪਣੇ ਪੁੱਤਰ ਇਸਹਾਕ ਨੂੰ ਨਾਲ ਲੈ ਕੇ ਪਰਮੇਸ਼ਰ ਦੀ ਦੱਸੀ ਥਾਂ ਦੇ ਵੱਲ ਚੱਲ ਪਿਆ। ਤੀਜੇ ਦਿਨ ਅਬਰਾਹਮ ਨੇ ਦੂਰੋਂ ਉਸ ਥਾਂ ਨੂੰ ਦੇਖਿਆ। ਤਦ ਅਬਰਾਹਮ ਨੇ ਆਪਣੇ ਨੌਕਰਾਂ ਨੂੰ ਕਿਹਾ, ਤੁਸੀਂ ਇੱਥੇ ਗਧੇ ਦੇ ਨਾਲ ਠਹਿਰੋ, ਮੈਂ ਤੇ ਮੁੰਡਾ ਅੱਗੇ ਜਾਂਦੇ ਹਾਂ। ਅਸੀਂ ਪਰਮੇਸ਼ਰ ਦੀ ਉਪਾਸਨਾ ਕਰਕੇ ਵਾਪਸ ਮੁੜ ਆਵਾਂਗੇ। ਅਬਰਾਹਮ ਨੇ ਲੱਕੜਾਂ ਮੁੰਡੇ ਨੂੰ ਝੁਕਾ ਦਿੱਤੀਆਂ ਤੇ ਛੁਰੀ ਅਤੇ ਅੱਗ ਫੜ ਲਈ। ਫਿਰ ਉਹ ਦੋਵੇਂ ਬਲੀ ਵਾਲੀ ਥਾਂ ਵੱਲ ਚੱਲ ਪਏ। ਇਸਹਾਕ ਨੇ ਆਪਣੇ ਪਿਓ ਨੂੰ ਕਿਹਾ, ਪਿਤਾ ਜੀ। ਅਬਰਾਹਮ ਨੇ ਕਿਹਾ, ਹਾਂ ਮੇਰੇ ਪੁੱਤਰ। ਇਸਹਾਕ ਨੇ ਕਿਹਾ, ਸਾਡੇ ਕੋਲ ਅੱਗ ਅਤੇ ਲੱਕੜਾਂ ਤਾਂ ਹਨ, ਪਰ ਹੋਮ ਬਲੀ ਦੇ ਲਈ ਲੇਲਾ ਕਿੱਥੇ ਹੈ? ਅਬਰਾਹਮ ਨੇ ਉੱਤਰ ਦਿੱਤਾ, ਮੇਰੇ ਪੁੱਤਰ, ਪਰਮੇਸ਼ਰ ਆਪ ਹੋਮ ਬਲੀ ਦੇ ਲਈ ਲੇਲਾ ਦੇਵੇਗਾ। ਇਸ ਤਰ੍ਹਾਂ ਉਹ ਗੱਲਾਂ ਕਰਦੇ ਹੋਏ ਅੱਗੇ ਵਧਦੇ ਗਏ। ਉਹ ਦੋਵੇਂ ਜਦੋਂ ਪਰਮੇਸ਼ਰ ਦੀ ਦੱਸੀ ਥਾਂ ਤੇ ਪਹੁੰਚ ਗਏ ਤਾਂ ਅਬਰਾਹਮ ਨੇ ਇੱਕ ਬੇਦੀ ਬਣਾ ਕੇ ਉਸ ਉੱਤੇ ਲੱਕੜਾਂ ਰੱਖ ਦਿੱਤੀਆਂ। ਫਿਰ ਉਸਨੇ ਆਪਣੇ ਪੁੱਤਰ ਨੂੰ ਬੰਨ੍ਹ ਕੇ ਲੱਕੜੀਆਂ ਉੱਤੇ ਜੋ ਬੇਦੀ ਤੇ ਸਨ ਰੱਖ ਦਿੱਤਾ। ਤਦ ਅਬਰਾਹਮ ਨੇ ਛੁਰੀ ਚਲਾਉਣ ਲਈ ਹੱਥ ਅੱਗੇ ਵਧਾਇਆ, ਪਰ ਪ੍ਰਭੂ ਦੇ ਸਵਰਗਦੂਤ ਨੇ ਸਵਰਗ ਤੋਂ ਪੁਕਾਰ ਕੇ ਕਿਹਾ, ਅਬਰਾਹਮ, ਅਬਰਾਹਮ। ਅਬਰਾਹਮ ਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਉਸਨੇ ਕਿਹਾ, ਮੁੰਡੇ ਨੂੰ ਹੱਥ ਨਾ ਲਾ ਤੇ ਨਾ ਉਸਨੂੰ ਕੁਝ ਕਰ। ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਰ ਤੋਂ ਡਰਦਾ ਹੈ, ਇੱਥੋਂ ਤੱਕ ਕਿ ਤੂੰ ਆਪਣੇ ਇੱਕਮਾਤਰ ਪੁੱਤਰ ਨੂੰ ਵੀ ਪਿੱਛੇ ਨਾ ਛੱਡਿਆ। ਤਦ ਅਬਰਾਹਮ ਨੇ ਪਿੱਛਾ ਮੁੜ ਕੇ ਦੇਖਿਆ ਤਾਂ ਇੱਕ ਲੇਲਾ ਝਾੜੀਆਂ ਵਿੱਚ ਫਸਿਆ ਪਿਆ ਸੀ। ਉਸਨੇ ਉਹ ਲੇਲਾ ਲੈ ਕੇ ਉਸਦੀ ਆਪਣੇ ਪੁੱਤਰ ਦੀ ਥਾਂ ਹੋਮ ਬਲੀ ਚੜਾਈ। ਅਬਰਾਹਮ ਨੇ ਉਸ ਥਾਂ ਦਾ ਨਾਂ ਪ੍ਰਭੂ ਆਪ ਪ੍ਰਬੰਧ ਕਰਦਾ ਹੈ ਰੱਖਿਆ। ਅੱਜ ਤੱਕ ਲੋਕ ਕਹਾਵਤ ਦੇ ਤੌਰ ਤੇ ਕਹਿੰਦੇ ਹਨ, ਪ੍ਰਭੂ ਆਪਣੇ ਪਹਾੜ ਤੇ ਆਪ ਪ੍ਰਬੰਧ ਕਰਦਾ ਹੈ। ਪ੍ਰਭੂ ਆਪਣੇ ਸਵਰਗਦੂਤ ਦੇ ਦੁਆਰਾ ਸਵਰਗ ਤੋਂ ਅਬਰਾਹਮ ਨਾਲ ਬੋਲਿਆ, ਮੈਂ ਆਪਣੇ ਨਾਂ ਦੀ ਸਹੁੰ ਖਾ ਕੇ ਤੈਨੂੰ ਇਹ ਵਚਨ ਦਿੰਦਾ ਹਾਂ, ਕਿਉਂਕਿ ਤੂੰ ਮੇਰੇ ਲਈ ਆਪਣੇ ਇਕਲੌਤੇ ਪੁੱਤ ਦਾ ਸਰਫਾ ਤੱਕ ਨਾ ਕੀਤਾ। ਮੈਂ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੇ ਵੰਸ਼ ਨੂੰ ਇੰਨਾ ਵਧਾਵਾਂਗਾ ਜਿੰਨੇ ਆਕਾਸ਼ ਦੇ ਤਾਰੇ ਹਨ। ਉਹਨਾਂ ਦੀ ਗਿਣਤੀ ਸਮੁੰਦਰ ਦੇ ਕੰਢੇ ਤੇ ਪਈ ਰੇਤ ਦੇ ਕਿਣਕਿਆਂ ਜਿੰਨੀ ਹੋਵੇਗੀ।
तेरी संतान अपने वैरियां दे विरुद्ध जित प्राप्त करेगी। तेरे वंश द्वारा ही संसार दियां सब कौमां सीस प्राप्त करनगियां, क्योंकि तू मेरी आज्ञा दी पालना कीती है। फिर अब्राहम अपने नौकरां कोल चला गया अते ਉਹ ਲੋਕ बेरसवा ਵੱਲ चले गए जिथे अब्राहम बस गया। ਗਾਹਾਂ ਵੀ ਪੜਨਾ ਬਸ ਵੀ ਆ ਥੈਂਕ ਯੂ ਸਿਸਟਰ। ਇੰਨੇ ਬਸ ਠੀਕ ਆ। ਸੋ ਹੁਣ ਅਸੀਂ ਪ੍ਰਭੂ ਦੇ ਬਚਨ ਦੇ ਵਿੱਚ ਇੱਥੇ ਅਸੀਂ ਦੇਖਦੇ ਪਏ ਹਾਂ ਜਿਹੜਾ ਇੱਕ ਬੜਾ ਯਾਨੀ ਕਿ ਸਾਰਾ ਪੁਰਾਣਾ ਨਿਯਮ ਜਿਹੜਾ ਬੇਸਿਕਲੀ ਇਸ ਚੈਪਟਰ ਦੇ ਉੱਤੇ ਖੜਾ ਹੈ। ਸੋ ਪ੍ਰਭੂ ਨੇ ਅਬਰਾਹਮ ਦਾ ਵਿਸ਼ਵਾਸ ਜਿਹੜਾ ਉਸ ਨੂੰ ਇੱਥੇ ਤੱਕ ਵਧਾ ਦਿੱਤਾ ਕਿ ਜਿਸ ਵੇਲੇ ਪਹਿਲਾਂ ਉਸ ਨੂੰ ਕਿਹਾ ਸੀ ਕਿ ਤੂੰ ਮੇਰੇ ਪਿੱਛੇ ਚੱਲ, ਉਸ ਦੀ ਉਮਰ 60 ਸਾਲ ਦੀ ਸੀ, ਉਹ 75 ਸਾਲ ਦਾ ਹੋ ਕੇ 15 ਸਾਲ ਪ੍ਰਭੂ ਦੀ ਆਵਾਜ਼ ਉਸ ਨੂੰ ਸੁਣਦੀ ਰਹੀ ਕਿ ਆ ਜਿਹੜੇ ਦੇਵਤੇ ਆ ਇਹ ਦੇਵਤੇ ਨਹੀਂ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇਹ ਦੇਵੀ ਦੇਵਤਿਆਂ ਦਾ ਜਿਹੜਾ ਰਿਵਾਜ ਆ ਉਹ ਐਕਚੁਅਲੀ ਸ਼ੈਮ ਦਾ ਖਾਨਦਾਨ ਹੀ ਲੈ ਕੇ ਗਿਆ ਔਰ ਉਸ ਤੋਂ ਬਾਅਦ ਜਿਹੜੇ ਹੈਗੇ ਆ ਯਾਫਤ ਦੇ ਖਾਨਦਾਨਾਂ ਦੇ ਲੋਕਾਂ ਦੇ ਵਿੱਚ ਦੇਵੀ ਦੇਵਤਿਆਂ ਦਾ ਜਿਹੜਾ ਉਹ ਬਹੁਤ ਜ਼ਿਆਦਾ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਸ ਲਈ ਅਸੀਂ ਰੋਮਨਸ ਨੂੰ ਦੇਖਦੇ ਹਾਂ ਔਰ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦੇ ਦੇਵੀ ਦੇਵਤੇ ਸਾਰੇ ਅੱਜ ਕੱਲ੍ਹ ਤਾਂ ਹੁਣ ਉਹ ਬਣ ਗਏ ਸੁਪਰਸਟਾਰ ਬਣ ਗਏ ਆ। ਥੋਰ ਤੋਂ ਲੈ ਕੇ ਜਿੰਨੀਆਂ ਮੂਵੀਆਂ ਆ ਰਹੀਆਂ ਨੇ ਅੱਜ ਕੱਲ੍ਹ, ਇਹ ਬੇਸਿਕਲੀ ਲੋਕਾਂ ਦਾ ਧਿਆਨ ਉਹਨਾਂ ਦੇਵੀ ਦੇਵਤਿਆਂ ਦੇ ਵੱਲ ਖਿੱਚਣ ਨੂੰ ਇਹ ਹੋ ਰਿਹਾ। ਔਰ ਇਸੇ ਤਰ੍ਹਾਂ ਸ਼ੈਮ ਦੇ ਖਾਨਦਾਨ ਦੇ ਲੋਕ ਵੀ ਜਿਹੜੇ ਉਹਨਾਂ ਦੇ ਵਿੱਚ ਮਿਕਸ ਅਪ ਹੋ ਗਏ, ਉਹ ਵੀ ਦੇਵੀ ਦੇਵਤਿਆਂ ਨੂੰ ਮੰਨਦੇ ਸੀ, ਲੇਕਿਨ ਇਹ ਲੋਕ ਜਿਹੜੇ ਨੇਟਿਵ ਆ ਇਹ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ ਸੀ। ਸੋ ਅਸੀਂ ਇੱਥੇ ਜਿਹੜੀ ਇਹਦੇ ਵਿੱਚ ਜਿਹੜੀ ਮੇਨ ਚੀਜ਼ ਦੇਖਦੇ ਪਏ ਹਾਂ ਉਹ ਪ੍ਰਭੂ ਜੋ ਇੱਕ ਆਤਮਾ ਹੈ ਔਰ ਜੋ ਇੱਕ ਔਰ ਜੋ ਜਿਉਂਦਾ ਆ, ਉਸ ਦੇ ਵਿੱਚ ਉਸ ਦਾ ਵਿਸ਼ਵਾਸ ਉਹਨਾਂ ਦੇਵੀ ਦੇਵਤਿਆਂ ਤੋਂ ਹਟਾ ਕੇ ਪ੍ਰਭੂ ਨੇ ਕਿੱਦਾਂ ਵਧਾਇਆ। 15 ਸਾਲ ਉਸ ਨੂੰ ਆਵਾਜ਼ ਆਈ, 15 ਸਾਲਾਂ ਤੋਂ ਬਾਅਦ ਉਸਨੇ ਉਸ ਆਵਾਜ਼ ਨੂੰ ਸੁਣਿਆ, ਫਾਈਨਲੀ ਉਹਨੇ ਸੁਣਿਆ ਔਰ ਉੱਥੋਂ ਤੁਰ ਪਿਆ ਔਰ ਮੁੜ ਕੇ ਉਸਨੇ ਉੱਥੇ ਦਾ ਮੂੰਹ ਨਹੀਂ ਕੀਤਾ, ਉਧਰ ਦਾ ਮੂੰਹ ਨਹੀਂ ਕੀਤਾ। ਤੁਸੀਂ ਕਹੋਗੇ ਕਿ ਨਹੀਂ ਉਹਨੇ ਆਪਣਾ ਨੌਕਰ ਕਰ ਲਿਆ, ਉਹ ਇੱਕ ਡਿਫਰੈਂਟ ਰੀਜ਼ਨ, ਉੱਥੇ ਵੀ ਬੜੇ ਧਿਆਨ ਦੇ ਪੜਾਂਗੇ। ਔਰ ਉਸ ਤੋਂ ਬਾਅਦ ਪ੍ਰਭੂ ਨੇ ਫਿਰ ਉਸ ਨੂੰ ਦਰਸ਼ਨ ਦੇ ਕੇ ਕਿਹਾ ਕਿ ਅਬਰਾਮ ਉਸ ਲਈ ਉਸਦਾ ਨਾਂ ਹੈ, ਅਬਰਾਮ ਮੈਂ ਤੇ ਬਹੁਤ ਦਇਆ ਕਰੂੰਗਾ, ਮੈਂ ਤੈਨੂੰ ਬਹੁਤ ਵਧਾਵਾਂਗਾ। ਤਾਂ ਉਸਨੇ ਕਿਹਾ ਤੈਨੂੰ ਬਹੁਤ ਬਰਕਤ ਦਊਂਗਾ। ਤਾਂ ਉਸਨੇ ਕਿਹਾ ਤੂੰ ਮੈਨੂੰ ਕੀ ਦੇਂਗਾ, ਮੇਰੇ ਕੋਲ ਤਾਂ ਹਾਲੇ ਸੰਤਾਨ ਨਹੀਂ, ਮੇਰੇ ਕੋਲ ਜੋ ਕੁਛ ਹੈਗਾ ਮੈਂ ਕੀ ਕਰਨਾ ਹੋਰ ਚੀਜ਼ਾਂ, ਜੋ ਕੁਛ ਮੇਰੇ ਕੋਲ ਹੈਗਾ ਉਹ ਤਾਂ ਮੇਰੇ ਇਹ ਜਿਹੜਾ ਮੇਰਾ ਨੌਕਰ ਹੈ ਇਹੋ ਹੀ ਸੰਭਾਲੂਗਾ ਹੁਣ ਸਾਰਾ ਕੁਛ, ਇਹੋ ਹੀ ਮੇਰੇ ਲੋਕਾਂ ਨੂੰ ਸੰਭਾਲੂਗਾ, ਇਹੋ ਹੀ ਇਹਨਾਂ ਚੀਜ਼ਾਂ ਨੂੰ ਸਾਰਾ ਕੁਛ ਸੰਭਾਲੂਗਾ। ਪ੍ਰਭੂ ਨੇ ਕਿਹਾ ਨਹੀਂ, ਤੇਰੇ ਘਰ ਪੁੱਤਰ ਪੈਦਾ ਹੋਏਗਾ। ਸੋ ਬਾਹਰ ਚੱਲ, ਤਾਰਿਆਂ ਨੂੰ ਦੇਖ, ਰਾਤ ਦਾ ਵੇਲਾ ਸੀ, ਬਾਹਰ ਗਿਆ, ਤਾਰਿਆਂ ਨੂੰ ਦੇਖਿਆ, ਤੇਰੀ ਸੰਤਾਨ ਹੈ ਨਹੀਂ। ਉਸਨੇ ਪ੍ਰਭੂ ਦੇ ਉੱਤੇ ਵਿਸ਼ਵਾਸ ਕੀਤਾ ਔਰ ਪ੍ਰਭੂ ਨੇ ਉਸ ਨੂੰ ਫਿਰ ਦੱਸਿਆ ਕਿ ਮੈਂ ਤੇਰੀ ਸੰਤਾਨ ਤੇ ਕਿਸ ਤਰ੍ਹਾਂ ਬਰਕਤ ਕਰਾਂਗਾ, ਕਿੱਦਾਂ ਬਰਕਤ ਦਊਂਗਾ। ਤੇ ਬਲੀ ਦਿੱਤੀ ਔਰ ਉਹ ਘਰ ਆਇਆ। ਜਿਸ ਲਈ ਘਰ ਆਇਆ ਸਾਰਾ ਨੂੰ ਦੱਸਿਆ, ਸਾਰਾ ਪੂਰਾ 1 ਸਾਲ ਉਹਦੇ ਪਿੱਛੇ ਲੱਗੀ ਰਹੀ ਕਿ ਨਹੀਂ, ਆਵਾਜ਼ ਤਾਂ ਤੂੰ ਸੁਣੀ ਹੈ, ਬਾਪ ਤਾਂ ਤੂੰ ਬਣਨਾ, ਸੰਤਾਨ ਤਾਂ ਤੈਨੂੰ ਮਿਲਣੀ ਹੈ, ਤੂੰ ਮੇਰੀ ਨੌਕਰਾਣੀ ਤੋਂ ਪੈਦਾ ਕਰਕੇ ਤਾਂ ਮੈਨੂੰ ਦੇ ਦੇ, ਉਹ ਮੇਰੀ ਨੌਕਰਾਣੀ ਆ, ਮੈਂ ਉਹਦੀ ਮਾਲਕਣ, ਉਹ ਮੇਰੀ ਜਾਇਦਾਦ, ਤੂੰ ਔਲਾਦ ਪੈਦਾ ਕਰਕੇ ਮੈਨੂੰ ਦੇ। ਤਾਂ ਅਬਰਾਹਮ ਨੇ ਫਾਈਨਲੀ ਆਖਰ ਉਹਦੀ ਗੱਲ ਮੰਨ ਲਈ। ਸੋ ਹੇਗਰ ਤੋਂ ਇਸ਼ਮਾਇਲ ਪੈਦਾ ਹੋਇਆ, ਅਗਲੀ ਤੋਂ ਜ਼ਹਾਂ ਕੱਢ ਹੋਈ, ਉਹ ਬਹੁਤ ਖੁਸ਼। ਪ੍ਰਭੂ ਨੇ ਉਸ ਨੂੰ ਫਿਰ ਦਰਸ਼ਨ ਦਿੱਤੇ ਔਰ ਹੁਣ ਪ੍ਰਭੂ ਨੇ ਉਸਦਾ ਨਾਮ ਬਦਲਿਆ। ਉਸਨੇ ਕਿਹਾ ਮੈਂ ਤੈਨੂੰ ਕੌਮਾਂ ਦਾ ਪਰਮੇਸ਼ਰ ਬਣਾਉਂਗਾ ਔਰ ਤੈਨੂੰ ਸੰਤਾਨ ਦਊਂਗਾ। ਮੇਰੇ ਕੋਲ ਤਾਂ ਸੰਤਾਨ ਆਲਰੇਡੀ ਹੈਗੀ ਆ, ਇਸ਼ਮਾਇਲ ਨਾਲ ਦੇਖ।
नहीं कहता मैं तेनू ते सारा नु, सो सारा का भी नाम बदलिया, प्रभु ने ਉਹਦਾ नाम भी बदलिया। और फिर ਉੱਥੇ ਦੋਨਾਂ ਦੇ ਵਿੱਚ ਕਵਨੈਂਟ ਬਣਿਆ ਗਿਆ, ਨੇਮ ਬਣਿਆ ਗਿਆ, ਪੁਰਾਣਾ ਨੇਮ ਜਿਹੜਾ ਪ੍ਰਭੂ ਨੇ ਬੰਨਿਆ ਉੱਥੇ ਬਣਿਆ। ਇਸ ਕਰਕੇ ਅਸੀਂ ਉਸ ਨੂੰ ਪੁਰਾਣਾ ਨੇਮ ਕਹਿੰਦੇ ਆ, ਔਰ ਖੂਨ ਦੇ ਨਾਲ ਉਹ ਨੇਮ ਬਣਿਆ। और उसने फिर अब्राहम ने जिसले घर गया ਤਾਂ ਉਸਨੇ ਸਾਰਾ ਨੂੰ ਦੱਸਿਆ ਕਿ ਮੇਰੇ ਜੀਓ ਉਹਨੇ ਜਿੰਨੇ ਸਮੇਂ ਦੇ ਵਿੱਚ ਉਹ ਇਹ ਕਰਦਾ ਪਿਆ, ਪ੍ਰਭੂ ਦੀ ਹਜ਼ੂਰੀ ਉੱਥੇ ਆਈ ਔਰ ਪ੍ਰਭੂ ਦੋ ਫਰਿਸ਼ਤਿਆਂ ਦੇ ਨਾਲ ਆਏ ਔਰ ਉਸ ਨੂੰ ਪ੍ਰਭੂ ਨੇ ਦੱਸਿਆ ਕਿ ਅਗਲੇ ਸਾਲ ਜਦ ਮੈਂ ਬਸੰਤ ਦੀ ਰੁੱਤ ਹੈ ਜਦੋਂ ਮੈਂ ਆਉਂਗਾ ਤਾਂ ਸਾਰਾ ਤੇਰੇ ਲਈ ਪੁੱਤਰ ਨੂੰ ਜਨਮ ਦੇ। सारा हंसी तो उसने कहा कि सारा क्यों हंसी, कि प्रभु दे लिए कुछ भी करना असंभव है। और प्रभु ने उस असंभव चीज में संभव करके दिखाया। अब्राहम 100 साल का, सारा 90 साल दी है और उन्होंने कहा पुत्र ने जन्म दिया, इसहाक ने जन्म दिया। और असी देखते पे कि किस तरह ਇਹ ਸਮਾਂ ਆਇਆ ਤੇ ਹੁਣ ਅਗਲੀ ਵਾਰ ਜਿਸੇ ਹੁਣ ਪ੍ਰਭੂ ਉਸਦੇ ਕੋਲ ਆਇਆ ਤਾਂ ਉਸਨੇ ਕਿਹਾ ਕਿ ਤੂੰ ਆਪਣੇ ਪੁੱਤਰ ਇਸਾਕ ਨੂੰ ਜਿਸ ਨੂੰ ਤੂੰ ਬਹੁਤ ਪਿਆਰ ਕਰਦਾ ਉਸਦੀ ਬਲੀ ਦੇ। ਹੁਣ ਉਸਨੇ ਕੁਛ ਨਹੀਂ ਸੋਚਿਆ, ਸਵੇਰੇ ਉੱਠਿਆ, ਲੱਕੜਾਂ ਚੱਕੀਆਂ, ਅੱਗ ਚੱਕੀ, ਮੁੰਡਾ ਲਿਆ, ਦੋ ਨੌਕਰ ਲਏ, ਦੋ ਚੱਲ। यानी कि देखो परमेश्वर साडा विश्वास बढ़ाउंदा है। और मैनू बड़ी चोट लगती जिसलिए कोई कहता किसी को तेरा विश्वास बहुत कर, दैट्स गॉड्स जॉब। इसे करके जिसलिए प्रभु यीशु मसीह एक मुंडे जिसने मिर्गी पहनती सी तो यीशु ने पूछा तो विश्वास करदा ये मैं ये कर सकदा, कहंदा मेरे को विश्वास है, मैनू विश्वास। उत्थे मेरा कल ये नहीं गा कि उसने मुंडे नू ठीक कर दिता, मेरा कल ये है कि उसने बाप को विश्वास दिता और बाप इस चीज नू जानता। और यहूदियों दे विच ये चीज कही जाती है कि असीं विश्वास कर नहीं सकते, परमेश्वर ही सानू विश्वास बुलाउंदा, परमेश्वर ही सानू विश्वास दिंदा कि ओही विश्वास नूं बढ़ाउंदा। बस असीं अगर ओते अखां ला के मंगदे he does that. So जिसलिए हुण असीं इत्थे आउणे हां ते उसने किसे नूं नहीं पुछिया, सारा नूं भी नहीं पता। उसने मुंडे ने पूछा कि पिताजी साडे कोल लकड़ां भी आ, अग भी आ, ते लेला कित्थे आ? उसने क्या गॉड प्रोवाइड्स, प्रभु अपने पहाड़ पे आप दिंदा। पुत्र परमेश्वर बलि दा लेला देगा। और वो गल्लां करदे फिर कांट तुर पे और जिसले उत्थे पहुंचे तां उसने बलि जिसले दा समा आया उसने मुंडे दी हाथ पैर बन्ने तो उसने बलि दे उत्ते रखिया। जिसले उसने हाथ चुकिया प्रभु ने कहा रुक जा, तुम उस लहू दे जेड़ा मैं ओ जेड़ा तेनू देन जा रही तेरे टब्बर तू उसते खा, तू उसते खा। जिसले उसने पिछा मुड़ के देखा तो झाड़ियों दे विच लेला फसिया आया, उहदे सिंग फसे हुए थे। अब्राहम गया, उसने उस लेला लिया, उसकी बलि दी और बरकत की आवाज सुनकर वो कर लगा। प्रभु ने उसने कहा अब्राहम दे नाल बोलिया, स्वर्गदूत खड़ा प्रभु बोलता गया।
बड़ी अमेजिंग चीज है। इस तरह है कि जिस तरह स्पीकर दे राਹੀਂ ਤੁਸੀਂ ਮੇਰੀ ਆਵਾਜ਼ ਨੂੰ ਸੁਣਦੇ। ਸੋ ਦੇ ਆਰ ਟੂਲਸ, ਜਿਹੜੇ ਸਵਰਗਦੂਤ ਆ, ਜਿੱਦਾਂ ਸਾਡੇ ਲਈ ਇਹ ਸਾਰੀਆਂ ਚੀਜ਼ਾਂ ਆ, ਇਸੇ ਤਰ੍ਹਾਂ ਸਵਰਗਦੂਤ ਟੂਲਸ ਆ ਪਰਮੇਸ਼ਰ, ਰਾਈਟ। ਔਰ ਪ੍ਰਭੂ ਨੇ ਆਪਣੇ ਸਵਰਗਦੂਤ ਦੁਆਰਾ ਸਵਰਗ ਤੋਂ ਅਬਰਾਹਮ ਦੇ ਨਾਲ ਬੋਲਿਆ, ਮੈਂ ਆਪਣੇ ਨਾਂ ਦੀ ਸਹੁੰ ਖਾ ਕੇ ਤੈਨੂੰ ਇਹ ਵਚਨ ਦਿੰਦਾ। That is ਆਇਆ ਨੇਮ ਪੱਕਾ ਹੁੰਦਾ ਪਿਆ, ਹੁਣ ਨੇਮ ਪੱਕਾ ਹੁੰਦਾ। ਸੋ ਬਲੀ ਚੜੀ ਹੋਊਗਾ ਉੱਥੇ, ਪੁੱਤਰ ਦੀ ਥਾਂ ਤੇ ਬਲੀ ਚੜੀ ਹੋਊਗਾ। ਲਹੂ ਹਰੇਕ ਜਗ੍ਹਾ ਤੇ ਤੁਸੀਂ ਦੇਖੋਗੇ, ਲਹੂ ਹਰੇਕ ਜਗ੍ਹਾ ਤੇ ਬਲੀ ਉੱਥੇ ਚੜੀ ਹੋਊਗਾ। ਔਰ ਪ੍ਰਭੂ ਉਸਨੂੰ ਆਪਣਾ ਨੇਮ ਦੇ ਰਿਹਾ, ਮੈਂ ਆਪਣੇ ਨਾਂ ਦੀ ਸਹੁੰ ਖਾ ਕੇ ਤੈਨੂੰ ਇਹ ਵਚਨ ਦਿੰਦਾ, ਕਿਉਂਕਿ ਤੂੰ ਮੇਰੇ ਲਈ ਆਪਣੇ ਇਕਲੌਤੇ ਪੁੱਤਰ ਦਾ ਸਰਫਾ ਤੱਕ ਨਾ ਕੀਤਾ। ਮੈਂ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੇ ਵੰਸ਼ ਨੂੰ ਇੰਨਾ ਵਧਾਵਾਂਗਾ ਜਿੰਨੇ ਆਕਾਸ਼ ਦੇ ਤਾਰੇ ਹਨ, ਉਹਨਾਂ ਦੀ ਗਿਣਤੀ ਸਮੁੰਦਰ ਦੇ ਪਏ ਕੰਢੇ ਤੇ ਪਈ ਗਿਣਤੀਆਂ ਜਿੰਨੀ ਹੋਵੇਗੀ। ਤੇਰੀ ਸੰਤਾਨ ਆਪਣੇ ਵੈਰੀਆਂ ਦੇ ਵਿਰੁੱਧ ਜਿੱਤ ਪ੍ਰਾਪਤ ਕਰੇਗੀ। ਤੇਰੇ ਵੰਸ਼ ਦੇ ਦੁਆਰਾ ਸੰਸਾਰ ਦੀਆਂ ਸਭ ਕੌਮਾਂ ਅਸੀਸ ਪ੍ਰਾਪਤ ਕਰ। ਸੋ ਅਸੀਂ ਹਿੰਦੁਸਤਾਨ ਦੇ ਵਿੱਚ ਅੱਜ ਉਹ ਦਰਾਵੜ ਲੋਕ ਦੇਖੇ ਆ ਜਿਹੜੇ ਉੱਥੇ ਵਸਦੇ ਪਏ, ਔਰ ਬੇਸਿਕਲੀ ਜਿਹੜੇ ਸਾਡੇ ਇਲਾਕੇ 'ਚ ਜਿੱਥੋਂ ਅਸੀਂ ਆਏ ਆ ਉੱਥੇ ਥੋੜੇ ਆ, ਲੇਕਿਨ ਅਗਰ ਅਸੀਂ ਸਾਊਥ ਇੰਡੀਆ ਦੇ ਵਿੱਚ ਦੇਖੀਏ, ਕਿਉਂਕਿ ਉਹਨਾਂ ਨੂੰ ਭੱਜ ਕੇ ਜਿਹੜੇ ਤੇ ਕਾਬੂ ਆ ਗਏ, ਉਹਨਾਂ ਨੂੰ ਅਸੀਂ ਛੋਟੀ ਜਾਤ ਪਾਤ ਦੇ ਵਿੱਚ ਪਾ ਦਿੱਤਾ। ਸਾਡਿਆਂ ਬਜ਼ੁਰਗਾਂ ਨੇ ਜਿਹੜੇ ਦੌੜ ਗਏ ਉਹ ਬੇਸਿਕਲੀ ਸਾਊਥ ਇੰਡੀਆ ਦੇ ਵੱਲ ਨੂੰ ਨਿਕਲ ਗਏ, ਉਧਰ ਨੂੰ ਚਲੇ ਗਏ, ਔਰ ਉਧਰ ਜ਼ਿਆਦਾ ਆ, ਸ਼੍ਰੀਲੰਕਾ ਦੇ ਵਿੱਚ ਜਾ ਰਹੇ ਆ। ਇਸੇ ਤਰ੍ਹਾਂ ਜਿਹੜੇ ਟਾਪੂ ਆ ਉੱਥੇ ਆਲੇ ਦੁਆਲੇ ਉੱਥੇ ਜਾਂਦੇ ਆ, ਅੰਡੇਮਾਨ ਨਿਕੋਬਾਰ ਦੇ ਜਿਹੜੇ ਟਾਪੂ ਆ, ਔਰ ਇਸੇ ਤਰ੍ਹਾਂ ਜਿਹੜੇ ਦੂਸਰੇ ਪਾਸੇ ਜਿਹੜੇ ਟਾਪੂ ਆ ਉਹਨਾਂ ਤੇ, ਹੋਰ ਵੀ ਬਹੁਤ ਛੋਟੇ ਟਾਪੂ ਦੇ ਉੱਤੇ ਜਿਹੜੇ ਹਿੰਦੁਸਤਾਨ ਦੀ ਕੋਲ ਆ, ਔਰ ਉਹਨਾਂ ਦੇ ਵਿੱਚ ਉਹ ਸਾਰੇ ਜਾ ਕੇ ਬਸ ਗਏ ਜਾਨ ਬਚਾਉਣ ਦੀ ਖਾਤਰ। ਪਰ ਉਹਨਾਂ ਦੀ ਜਿਹੜੇ ਕੰਡੀਸ਼ਨ ਆ ਕੰਪਲੀਟਲੀ ਵੱਖਰੇ ਸਨ। ਜਿਹੜੇ ਅਸਲੀ ਦਰਾਵੜ ਆ, ਉਹ ਜਿਸਲੇ ਬੇਟੀ ਦਾ ਵਿਆਹ ਹੁੰਦਾ ਤੇ ਉਹਨਾਂ ਨੂੰ ਦਹੇਜ, ਮੁੰਡੇ ਵਾਲਿਆਂ ਨੂੰ ਦਹੇਜ ਦੇਣਾ ਪੈਂਦਾ, ਲੈਂਦੇ ਨਹੀਂ। ਔਰ ਦੂਸਰਾ, ਉਹ ਕੁੜੀ ਦੇ ਨਾ ਤਾਂ ਉਹ ਜਿਹੜਾ ਉਹ ਕੀ ਉਹਨੂੰ ਕਹਿੰਦੇ ਹੁੰਦੇ ਮੰਗਲ ਸੂਤਰ ਪਾਉਂਦੇ ਆ, ਤੇ ਨਾ ਉਹ ਸੰਦੂਰ, ਨਾ ਉਹ ਬਿੰਦੀ ਲਾਉਂਦੇ ਆ। ਕਿਉਂਕਿ ਜਿਸਲੇ ਸਾਡੇ ਬਜ਼ੁਰਗ ਗਏ ਸੀ ਉੱਥੇ, ਤਾਂ ਇਹਨਾਂ ਨੇ ਆਦਮੀਆਂ ਨੂੰ ਮਾਰ ਕੇ, ਉਸ ਔਰਤ ਨੂੰ ਦੇ ਸਾਹਮਣੇ ਉਹਦੇ ਆਦਮੀ ਨੂੰ ਮਾਰ ਕੇ, ਉਹਦਾ ਜਿਹੜਾ ਖੂਨ ਸੀਗਾ ਉਹਦੇ ਨਾਲ ਉਹ ਬਿੰਦੀ ਲਾਈ ਜਾਂਦੀ ਸੀ, ਇਸ ਕਰਕੇ ਲਾਲ ਬਿੰਦੀ, ਤਾਂ ਕਿ ਉਸਨੂੰ ਯਾਦ ਰਹੇ। ਉਸ ਤੋਂ ਬਾਅਦ ਜਦੋਂ ਉਹ ਰੰਗ ਦੀ ਬਿੰਦੀ ਲਾਉਂਦੀ ਸੀ ਤੇ ਆਪਣੇ ਜਿੱਦਾਂ ਸੰਦੂਰ ਪਾਉਂਦੀ ਸੀ, ਤੇ ਉਹ ਪ੍ਰੋਪਰਟੀ ਹੁੰਦੀ ਸੀ ਉਸ ਬੰਦੇ ਦੀ। See, it's a vicious history. दिल काम इसलिए ऐसी पढ़ते हैं। So I'm not telling you everything, but ये इत्थों बिंदी है। और जिस तरह वो अपने हाथियां ਨੂੰ ਘੋੜਿਆਂ ਨੂੰ ਮੂੰਹ ਦੇ ਵਿੱਚ ਲਗਾਮ ਪਾ ਕੇ ਰੱਖਦੇ ਸੀ, ਔਰ ਨੱਕ ਦੇ ਵਿੱਚ ਨੂਸ ਪਾ ਕੇ ਰੱਖਦੇ ਸੀ, ਉੱਥੋਂ ਜਿਹੜੀ ਨਥਨੀ ਪਾਉਂਦੇ ਆ, ਇਹ ਉੱਥੋਂ ਆਈ ਆ। ਔਰ ਉੱਥੇ ਜਿਹੜੀ ਨਥਨੀ ਪਾਉਂਦੇ ਆ ਉਹ ਇੱਥੋਂ ਇਹਦਾ ਚੇਨ ਏਦਾਂ ਇੱਧਰ ਨੂੰ ਜਾਂਦੀ ਹੈ, ਇਹ ਦੱਸਣ ਦੇ ਲਈ ਕਿ ਤੂੰ ਗੁਲਾਮ। ਹੱਥਾਂ ਦੇ ਵਿੱਚ ਬੰਗਾਂ, ਬਾਅਦ ਚ ਤਾਂ ਬੰਗਾਂ ਬਣਦੀਆਂ ਨਾ, ਤੇ ਉਸ ਵੇਲੇ ਕੜਾ ਲੋਹੇ ਦਾ ਇੱਕ ਪਾਇਆ ਜਾਂਦਾ ਸੀ, ਔਰ ਇੱਕ ਕੜਾ ਪੈਰ ਦੇ ਵਿੱਚ ਪਾਇਆ ਜਾਂਦਾ, ਇਹ ਦੱਸਣ ਦੇ ਲਈ ਕਿ ਤੂੰ ਮੇਰੇ ਜਾਨ ਦੇ ਬਰਾਬਰ। ਇੱਥੋਂ ਗਹਿਣੇ ਆਏ, ਜਿਹੜਾ ਅੱਜ ਕੱਲ੍ਹ ਦਾ ਫੈਸ਼ਨ ਆ, ਪ੍ਰਭੂ ਤੁਹਾਨੂੰ ਦਿੰਦਾ ਜ਼ਰੂਰ ਪਾਓ, ਪਰ ਇੱਥੋਂ ਆਏ ਸਾਰਾ ਕੁਝ। ਲੇਕਿਨ ਇਹ ਚੀਜ਼ਾਂ ਦਿਖਾਉਣ ਦੇ ਲਈ, ਇਹ ਸਾਰੀਆਂ ਚੀਜ਼ਾਂ ਦਰਾਵੜ ਲੋਕਾਂ ਨੇ ਉਹਨਾਂ ਨੇ ਕੀਤੀਆਂ। ਪਰ ਜਿਸ ਲਈ ਅਸੀਂ ਵਾਪਸ ਅਬਰਾਹਮ ਦੇ ਵਿੱਚ ਆਉਂਦੇ ਹਾਂ, ਇਸ ਕੰਪਲੀਟਲੀ ਡਿਫਰੈਂਟ, ਬਿਲਕੁਲ ਵੱਖਰੀ ਚੀਜ਼ ਆ।
ਕਿ ਮੈਂ ਤੈਨੂੰ ਉਹਨਾਂ ਦੀ ਗਿਣਤੀ ਸਮੁੰਦਰ ਦੇ ਕੰਢੇ ਤੇ ਪਈ ਰੇਤ ਦੇ ਗਿਣਤੀਆਂ ਜਿੰਨੀ ਹੋਵੇਗੀ। ਤੇਰੇ ਸੰਤਾਨ ਵੈਰੀਆਂ ਦੇ ਵਿਰੁੱਧ ਜਿੱਤ ਪ੍ਰਾਪਤ ਕਰੇਗੀ। ਤੇਰੇ ਵੰਸ਼ ਦੇ ਦੁਆਰਾ ਸਭ ਕੌਮਾਂ ਤਸੀਸ ਪ੍ਰਾਪਤ ਕਰਨਗੀਆਂ, ਕਿਉਂਕਿ ਤੂੰ ਮੇਰੀ ਆਗਿਆ ਦੀ ਪਾਲਣਾ ਕੀਤੀ ਹੈ। ਫਿਰ ਅਬਰਾਹਮ ਆਪਣੇ ਨੌਕਰਾਂ ਦੇ ਨਾਲ ਚਲਾ ਗਿਆ ਅਤੇ ਉਹ ਲੋਕ ਬੇਸ਼ਬਾ ਚਲੇ ਗਏ ਜਿੱਥੇ ਅਬਰਾਹਮ ਬਸ ਗਿਆ। ਸੋ ਬੇਸ਼ਬਾ ਉਹਨਾਂ ਨੇ ਉਸ ਇਲਾਕੇ ਦਾ ਨਾਂ ਰੱਖਿਆ ਸੀ ਜਿੱਥੇ ਉਹਨਾਂ ਨੇ ਖੂਹ ਪੱਟਿਆ, ਉਹਨਾਂ ਨੂੰ ਪਾਣੀ ਮਿਲ ਗਿਆ ਆਪਣੇ ਵਾਸਤੇ ਵੀ ਔਰ ਆਪਣੇ ਜਾਨਵਰਾਂ ਦੇ ਵਾਸਤੇ। ਹੁਣ ਤੁਹਾਡੇ ਵਿੱਚੋਂ ਜਿਹੜੇ ਟੀਚ ਕਰਦੇ ਆ ਉਹਨਾਂ ਦੇ ਲਈ ਇੱਥੇ ਇੱਕ ਬਹੁਤ ਵੱਡੀ ਚੀਜ਼ ਆ। ਸੋ ਅਸੀਂ ਕੀ ਦੇਖਦੇ ਪਏ ਕਿ ਉਹ ਪ੍ਰਭੂ ਨੇ ਉਸਦੇ ਕੋਲੋਂ ਪੁੱਤਰ ਮੰਗਿਆ, ਉਹ ਲੈ ਕੇ ਗਿਆ, ਲੇਕਿਨ ਜਿਹੜੀ ਬਲੀ ਚੜੀ ਆ ਉਹ ਲੈ ਕੇ ਚੜੀ। ਹੁਣ ਮੇਰੇ ਨਾਲ ਯਹੂਨਾ ਦੇ ਵਿੱਚ ਆ ਜਾਓ। ਯਹੂਨਾ ਦਾ ਪਹਿਲਾ ਬਾਬ 190 ਪੰਨਾ, 190 ਜਾਂ 191 ਪੰਨਾ, ਨਵੇਂ ਨਹੀਂ 160 ਹੈ ਬਸ, 160, ਚਲੋ ਲੱਗ ਗਈ ਸੀ, ਨੇੜੇ ਸੀ। ਇਹ ਹੁਣ ਜਿਹੜੀ ਦੇਖਣ ਵਾਲੀ ਚੀਜ਼ ਇੱਥੇ ਆ ਉਹ ਆਉਂਦੀ ਹੈ। ਅਸੀਂ ਹੁਣ ਇਸ ਦੀ 19 ਆਇਤ ਤੋਂ ਲੈ ਕੇ ਔਰ ਇਸ ਦੀ 34 ਆਇਤ ਤੱਕ ਦੇਖਾਂਗੇ ਔਰ ਅਸੀਂ ਇੱਥੇ ਇਸ ਉਲਟੀ ਤਸਵੀਰ ਦੇਖਾਂ ਔਰ ਫਿਰ ਸੋ ਜਿਸ ਨੂੰ ਮਿਲ ਜਾਏ ਇਹ ਪੜ੍ਹ ਜੇ। ਪਹਿਲਾਂ ਆਓ ਇਸ ਨੂੰ 19 ਤੋਂ ਲੈ ਕੇ ਇਸ ਨੂੰ 34 ਤੱਕ ਪੜ੍ਹ ਲਈਏ ਔਰ ਤੁਸੀਂ ਆਪਣੀਆਂ ਬਾਈਬਲਾਂ ਦੇ ਵਿੱਚ ਇਹ ਨੰਬਰ ਉੱਥੇ ਲਿਖ ਸਕਦੇ ਹੋ। Sure. ਨੀਤੂ ਪੜ੍ਹ ਦਿੰਦੀ ਹੈ। ਯਹੂਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ। ਯਹੂਨਾ ਦੀ ਗਵਾਹੀ ਇਹ ਹੈ, ਜਦੋਂ ਯਰੂਸ਼ਲਮ ਤੋਂ ਯਹੂਦੀਆਂ ਨੇ ਪੁਰੋਹਿਤਾਂ ਅਤੇ ਮੰਦਰ ਦੇ ਸੇਵਾਦਾਰਾਂ ਨੂੰ ਘੱਲਿਆ ਕਿ ਉਹ ਯਹੂਨਾ ਤੋਂ ਪੁੱਛਣ, ਤੁਸੀਂ ਕੌਣ ਹੋ? ਤਾਂ ਯਹੂਨਾ ਨੇ ਖੁੱਲੇ ਸ਼ਬਦਾਂ ਵਿੱਚ ਇਹ ਮੰਨਦੇ ਹੋਏ ਸਾਫ਼-ਸਾਫ਼ ਉੱਤਰ ਦਿੱਤਾ, ਮੈਂ ਮਸੀਹ ਨਹੀਂ ਹਾਂ। ਉਹਨਾਂ ਪੁੱਛਿਆ, ਫਿਰ ਤੁਸੀਂ ਕੌਣ ਹੋ? ਕਿ ਤੁਸੀਂ ਏਲੀਆ ਨਬੀ ਨਹੀਂ ਹੋ? ਯਹੂਨਾ ਨੇ ਕਿਹਾ, ਨਹੀਂ। ਕਿ ਤੁਸੀਂ ਆਉਣ ਵਾਲੇ ਨਬੀ ਹੋ? ਉਸਨੇ ਉੱਤਰ ਦਿੱਤਾ, ਨਹੀਂ। ਇਸ ਉੱਤੇ ਉਹ ਬੋਲੇ, ਫਿਰ ਤੁਸੀਂ ਕੌਣ ਹੋ? ਸਾਨੂੰ ਦੱਸੋ, ਤਾਂ ਜੋ ਅਸੀਂ ਆਪਣੇ ਘੱਲਣ ਵਾਲਿਆਂ ਨੂੰ ਕੁਝ ਉੱਤਰ ਦੇ ਸਕੀਏ। ਤੁਸੀਂ ਆਪਣੇ ਬਾਰੇ ਵਿੱਚ ਕੀ ਕਹਿੰਦੇ ਹੋ? ਯਹੂਨਾ ਨੇ ਉੱਤਰ ਦਿੱਤਾ, ਜਿਸ ਤਰ੍ਹਾਂ ਯਸਾਇਆ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ, ਮੈਂ ਸੁੰਨਸਾਨ ਥਾਂ ਵਿੱਚ ਪੁਕਾਰਨ ਵਾਲੇ ਦੀ ਆਵਾਜ਼ ਹਾਂ ਕਿ ਪ੍ਰਭੂ ਦਾ ਰਾਹ ਸਿੱਧਾ ਕਰੋ। ਕੁਝ ਫਰੀਸੀ ਵੀ ਯਹੂਨਾ ਕੋਲ ਘੱਲੇ ਗਏ ਸਨ। ਉਹਨਾਂ ਨੇ ਯਹੂਨਾ ਤੋਂ ਪੁੱਛਿਆ, ਜੇਕਰ ਤੁਸੀਂ ਮਸੀਹ ਨਹੀਂ ਹੋ, ਏਲੀਆ ਨਬੀ ਨਹੀਂ ਹੋ ਅਤੇ ਨਾ ਹੀ ਆਉਣ ਵਾਲੇ ਨਬੀ ਹੋ, ਤਾਂ ਫਿਰ ਤੁਸੀਂ ਬਪਤਿਸਮਾ ਕਿਉਂ ਦਿੰਦੇ ਹੋ? ਯਹੂਨਾ ਨੇ ਉੱਤਰ ਦਿੱਤਾ, ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਤੁਹਾਡੇ ਵਿੱਚ ਇੱਕ ਜਨ ਖਲੋਤਾ ਹੋਇਆ ਹੈ ਜਿਸ ਨੂੰ ਤੁਸੀਂ ਪਛਾਣਦੇ ਨਹੀਂ ਹੋ। ਬੇਸ਼ੱਕ ਉਹ ਮੇਰੇ ਪਿੱਛੇ ਆ ਰਿਹਾ ਹੈ, ਪਰ ਮੈਂ ਉਸਦੇ ਜੋੜੇ ਝਾੜਨ ਦੇ ਯੋਗ ਵੀ ਨਹੀਂ ਹਾਂ। ਇਹ ਸਭ ਕੁਝ ਜਰਦਨ ਦਰਿਆ ਦੇ ਪਾਰਲੇ ਪਾਸੇ ਬੈਤਨੀਆ ਨਗਰ ਦੇ ਲਾਗੇ ਹੋਇਆ, ਜਿੱਥੇ ਯਹੂਨਾ ਬਪਤਿਸਮਾ ਦੇ ਰਿਹਾ ਸੀ। ਅਗਲੇ ਦਿਨ ਯਹੂਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਕਿਹਾ, ਦੇਖੋ ਪਰਮੇਸ਼ਵਰ ਦਾ ਮੇਮਣਾ ਜੋ ਸੰਸਾਰ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ। ਇਹ ਉਹੀ ਹੈ ਜਿਸ ਦੇ ਬਾਰੇ ਮੈਂ ਕਿਹਾ ਸੀ, ਮੇਰੇ ਪਿੱਛੇ ਆਉਣ ਵਾਲਾ ਇੱਕ ਆਦਮੀ ਮੇਰੇ ਤੋਂ ਮਹਾਨ ਹੈ, ਕਿਉਂਕਿ ਉਹ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਵਿਦਵਾਨ ਸੀ। ਮੈਂ ਆਪ ਹੀ ਉਸ ਨੂੰ ਪਛਾਣਦਾ ਨਹੀਂ ਸੀ ਅਤੇ ਮੈਂ ਇਸੇ ਲਈ ਹੀ ਪਾਣੀ ਨਾਲ ਬਪਤਿਸਮਾ ਦਿੰਦਾ ਹੋਇਆ ਆਇਆ ਕਿ ਉਹ ਇਜ਼ਰਾਈਲ ਉੱਤੇ ਪ੍ਰਗਟ ਹੋ ਜਾਏ। ਯਹੂਨਾ ਨੇ ਇਸ ਤਰ੍ਹਾਂ ਗਵਾਹੀ ਦਿੱਤੀ, ਮੈਂ ਪਵਿੱਤਰ ਆਤਮਾ ਨੂੰ ਸਵਰਗ ਤੋਂ ਕਬੂਤਰ ਵਾਂਗ ਉਤਰਦੇ ਦੇਖਿਆ ਅਤੇ ਉਹ ਯਿਸੂ ਉੱਤੇ ਠਹਿਰ ਗਿਆ। ਮੈਂ ਉਸ ਨੂੰ ਨਹੀਂ ਪਛਾਣਦਾ ਸਾਂ, ਪਰ ਪਰਮੇਸ਼ਵਰ ਜਿਸ ਨੇ ਮੈਨੂੰ ਪਾਣੀ ਨਾਲ ਬਪਤਿਸਮਾ ਦੇਣ ਲਈ ਘੱਲਿਆ ਨੇ ਕਿਹਾ, ਤੂੰ ਪਵਿੱਤਰ ਆਤਮਾ ਨੂੰ ਉਤਰਦੇ ਅਤੇ ਇੱਕ ਆਦਮੀ ਉੱਤੇ ਠਹਿਰਦੇ ਦੇਖੇਗਾ। ਉਹੀ ਹੈ ਜੋ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਣ ਵਾਲਾ ਹੈ। ਇਹ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਅਤੇ ਇਹ ਮੇਰੀ ਗਵਾਹੀ ਹੈ ਕਿ ਉਹੀ ਪਰਮੇਸ਼ਵਰ ਦਾ ਪੁੱਤਰ ਹੈ। ਆਮੀਨ। ਸੋ ਅਸੀਂ ਇੱਥੇ ਸਭ ਕੁਝ ਨੂੰ ਉਲਟਦਾ ਦੇਖਦੇ ਪਏ। ਉੱਥੇ ਪੁੱਤਰ ਦੀ ਜਗ੍ਹਾ ਤੇ ਮੇਮਣਾ ਤੇ ਇੱਥੇ ਮੇਮਣੇ ਦੀ ਜਗ੍ਹਾ ਤੇ ਪੁੱਤਰ। ਸੋ ਯਹੂਨਾ ਬੇਸਿਕਲੀ ਉਹਨਾਂ ਨੂੰ ਜਿਸ ਚੀਜ਼ ਦੇ ਵਿੱਚ ਉਹਨਾਂ ਦਾ
ਜਿਹੜੇ ਜਿਹੜੇ ਅਸਲੀ ਜਿਹੜੇ ਯਹੂਦੀ ਅਸਲੀ ਜਿਹੜੇ ਸਪੈਸ਼ਲੀ ਖਾਸ ਕਰਕੇ ਇਹਨਾਂ ਦੇ ਵਿੱਚ ਵੱਖਰੇ ਵੱਖਰੇ ਸੀਗੇ, ਪ੍ਰੀਸੀ ਸੀ, ਸਦੂਕੀ ਸੀ, ਉਸ ਤੋਂ ਬਾਅਦ ਸਕਾਰੀਏ ਸੀਗੇ, ਔਰ ਕਈ ਸੀਗੇ ਇਹਨਾਂ ਦੇ ਵਿੱਚ। ਲੇਕਿਨ ਜਿਹੜਾ ਇਹਨਾਂ ਦੇ ਵਿੱਚ ਇੱਕ ਗਰੁੱਪ ਸੀਗਾ ਜਿਨ੍ਹਾਂ ਦੇ ਸਾਨੂੰ ਜਿਹੜੇ ਲੁਕ ਗਏ ਸੀਗੇ ਜਾ ਕੇ, ਬੇਸਿਕਲੀ ਡੈਡ ਸੀ ਸਕਰੋਲਸ ਇੱਥੋਂ ਮਿਲੇ ਆ ਸਾਰੀਆਂ ਚੀਜ਼ਾਂ, ਉਹ ਜਿਹੜੇ ਸੀਗੇ ਉਹਨਾਂ ਦਾ ਵਿਸ਼ਵਾਸ ਇਹੋ ਹੀ ਸੀਗਾ ਕਿ ਉਹ ਮੇਮਣਾ ਜਿਹੜਾ ਉੱਥੇ ਆ ਉਹ ਪੁੱਤਰ ਬਣ ਕੇ ਆਏਗਾ ਔਰ ਉਹ ਸਾਨੂੰ ਬਚਾਏਗਾ। ਤੇ ਬਾਕੀ ਇਹ ਸੀਗੇ ਕਿ ਮਸੀਹਾ ਆਏਗਾ, ਚਿੱਟੇ ਘੋੜੇ ਤੇ ਆਏਗਾ ਤੇ ਸਾਨੂੰ, ਸਾਡੇ ਲਈ ਸਾਰੇ ਇਜ਼ਰਾਈਲ ਨੂੰ ਉਹ ਸਾਰਿਆਂ ਨੂੰ ਦੜਾ ਦੇਗਾ ਤੇ ਫਿਰ ਅਸੀਂ ਦੁਆਰਾ ਦਾਊਦ ਦੇ ਵਾਂਗ ਸਾਰੇ ਇਜ਼ਰਾਈਲ ਦੇ ਉੱਤੇ ਰਾਜ ਕਰਾਂਗੇ। ਬਸ ਇੰਨੀ ਉਹਨਾਂ ਦੀ ਕਪੈਸਿਟੀ ਸੀ, ਇੱਥੇ ਤੱਕ ਉਹ ਮੰਨਦੇ ਪਏ ਸੀ। ਇਸ ਕਰਕੇ ਉਹਨਾਂ ਦੇ ਉਹ ਜਿਸ ਲਈ ਯਿਸੂ ਮਸੀਹ ਨੇ ਦੱਸਿਆ ਕਿ ਮੈਂ ਮਸੀਹ ਹਾਂ, ਤੇ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਨਹੀਂ। ਔਰ ਈਵਨ ਜਿਸ ਵੇਲੇ ਅਸੀਂ ਦੂਸਰੇ ਦੀ ਚੇਲਿਆਂ ਦੇ ਕਰਤੱਵ ਦੇ ਵਿੱਚ ਵੀ ਗਮਲੀਅਲ ਜਿਹੜਾ ਸੀ ਉਸਨੂੰ ਸੁਣਦੇ ਪਏ ਆ, ਤਾਂ ਉਹ ਵੀ ਇਸ ਚੀਜ਼ ਦੇ ਵਿਸ਼ਵਾਸ ਕਰਦਾ ਪਿਆ ਕਿ ਜਿਸੇ ਮਸੀਹਾ ਆਏਗਾ ਤਾਂ ਉਹ ਸਾਨੂੰ ਆਜ਼ਾਦ ਕਰਾਏਗਾ, ਗੁਲਾਮੀ ਤੋਂ ਆਜ਼ਾਦ ਕਰਾਏਗਾ। ਉਸ ਗਰੁੱਪ ਦੇ ਵਿੱਚੋਂ ਸੀ। ਔਰ ਇਸੇ ਤਰ੍ਹਾਂ ਜਿਹੜਾ ਸਾਊਲ, ਜਿਹੜਾ ਬਾਅਦ ਚ ਜਿਹੜਾ ਪਾਲਸ ਬਣਿਆ, ਉਹ ਵੀ ਇਸੇ ਵਿਸ਼ਵਾਸ ਦਾ ਸੀ। ਇਸ ਕਰਕੇ ਉਸਨੇ ਵੀ ਨਹੀਂ ਮੰਨਿਆ ਪਹਿਲਾਂ ਕਿ ਇਹ ਮਸੀਹ, ਇਸੇ ਕਰਕੇ ਉਹ ਮਸੀਹੀਆਂ ਨੂੰ ਤੰਗ ਕਰਦਾ ਸੀ, ਕਿਉਂਕਿ ਉਹਨਾਂ ਦਾ ਵਿਸ਼ਵਾਸ ਇਹ ਸੀ। ਲੇਕਿਨ ਇਹ ਇੱਕ ਐਸਾ ਗਰੁੱਪ ਆ ਜਿੱਥੋਂ ਯਹੂਨਾ ਆ, ਇਹਨਾਂ ਦਾ ਇਹ ਵਿਸ਼ਵਾਸ ਨਹੀਂ ਸੀ। ਇਹਨਾਂ ਦਾ ਵਿਸ਼ਵਾਸ ਇਹ ਸੀ ਕਿ ਮਸੀਹ ਜਿੱਦਾਂ ਆਇਆ ਏਦਾਂ ਹੀ ਮਸੀਹ ਨੇ ਉੱਥੇ ਲੇਲੇ ਦੀ ਬਲੀ ਦਿੱਤੀ ਗਈ ਆ, ਹੁਣ ਪਰਮੇਸ਼ਰ ਦੇ ਪੁੱਤਰ ਦੀ ਬਲੀ ਚੜਾਈ ਜਾਏ ਔਰ ਉੱਥੋਂ ਮੁਕਤੀ ਆਏਗੀ। ਸੋ ਇਸ ਕਰਕੇ ਉਹ ਬਾਰ-ਬਾਰ ਇਸ ਚੀਜ਼ ਨੂੰ ਕਹਿ ਰਿਹਾ। ਜਿਸ ਵੇਲੇ ਮਸੀਹ ਉਸ ਤੋਂ ਬਪਤਿਸਮਾ ਮਸੀਹ ਨੇ ਲਿਆ ਗਿਆ ਤੇ ਉਸਨੇ ਕਿਹਾ ਮੈਂ ਪਵਿੱਤਰ ਆਤਮਾ ਨੂੰ ਕਬੂਤਰ ਦੇ ਵਾਂਗ ਉਸ ਦੇ ਉੱਤੇ ਉਤਰਦਾ ਦੇਖਿਆ। ਔਰ ਦੇਖੋ, ਬੰਦੇ ਦੀ ਇੱਕੋ ਜਵਾਬ, ਉਸਨੂੰ ਬਚਪਨ ਤੋਂ ਪ੍ਰਭੂ ਇੱਕੋ ਹੀ ਚੀਜ਼ ਦੱਸਦਾ ਪਿਆ ਕਿ ਜਿਹੜੀ ਤੇਰੀ ਜਵਾਬ ਆ ਉਹ ਇੰਨੀ ਆ ਕਿ ਤੂੰ ਬਪਤਿਸਮਾ ਦੇਂਗਾ, ਪਛਤਾਵੇ ਦਾ ਬਪਤਿਸਮਾ ਦੇਂਗਾ। ਯਹੂਦੀ ਉਸਨੂੰ ਪਛਤਾਵੇ ਦਾ ਬਪਤਿਸਮਾ ਕਹਿੰਦੇ ਸੀ। ਔਰ ਜਿਹਦੇ ਉੱਤੇ ਤੂੰ ਪਵਿੱਤਰ ਆਤਮਾ ਆਉਂਦਾ ਦੇਖੇ ਉਹ ਮਸੀਹ, ਉਹ ਮੇਰਾ ਪੁੱਤਰ। ਬਸ ਇੰਨੀ ਜਵਾਬ ਸੀ ਉਸਦੀ, ਇੱਕ ਜਵਾਬ ਦੇ ਲਈ ਉਹ ਆਇਆ ਸੀ। ਔਰ ਹੁਣ ਦੇਖੋ ਕੀ ਕਰਦਾ ਇੱਥੇ। ਅਗਲੀ ਚੀਜ਼ ਜਿਹੜੀ ਆ ਉਹ ਮੇਨ ਚੀਜ਼ 35ਵੀਂ ਆਇਤ ਚ ਮਿਲਣਾ ਆ ਜਾ। ਦੂਜੇ ਦਿਨ ਫਿਰ ਯਹੂਨਾ ਆਪਣੇ ਦੋ ਚੇਲਿਆਂ ਦੇ ਨਾਲ ਖਲੋਤਾ ਹੋਇਆ ਸੀ। ਯਹੂਨਾ ਨੇ ਯਿਸੂ ਨੂੰ ਤੁਰੇ ਜਾਂਦਿਆਂ ਵੇਖਿਆ ਤੇ ਕਿਹਾ, ਦੇਖੋ ਪਰਮੇਸ਼ਰ ਦਾ ਮੇਮਣਾ, ਦੇਖੋ ਪਰਮੇਸ਼ਰ ਦਾ ਮੇਮਣਾ। ਦੋਹਾਂ ਚੇਲਿਆਂ ਨੇ ਯਹੂਨਾ ਨੂੰ ਇਹ ਕਹਿੰਦੇ ਸੁਣਿਆ ਅਤੇ ਉਹ ਯਿਸੂ ਦੇ ਪਿੱਛੇ ਤੁਰ ਪਏ। ਸੋ ਮਤਲਬ ਇਹ ਆਇਆ ਹੁਣ ਵੱਡੀ ਚੀਜ਼, ਉਹਨਾਂ ਨੂੰ ਕੀ ਸਿੱਖਿਆ ਦਿੰਦਾ ਪਿਆ ਹੋਊਗਾ? ਇਹਦਾ ਮਤਲਬ ਉਹ ਇਹ ਚੀਜ਼ ਸਿਖਾਉਂਦਾ ਵੀ ਸੀ ਆਪਣੇ ਚੇਲਿਆਂ ਨੂੰ। ਐਵੇਂ ਥੋੜਾ ਤੁਰ ਪਏ ਕਿ ਦੇਖੋ ਪਰਮੇਸ਼ਰ ਦਾ ਮੇਮਣਾ ਤੋਂ ਤੁਰ ਪਏ। ਨਹੀਂ, ਇਹਦਾ ਮਤਲਬ ਕਿ ਯਹੂਨਾ ਦੇ ਜਦੋਂ ਤੋਂ ਉਹ ਚੇਲੇ ਬਣੇ ਸੀ, ਯਹੂਨਾ ਉਹਨਾਂ ਨੂੰ ਲਗਾਤਾਰ ਇਹੋ ਹੀ ਚੀਜ਼ ਸਿਖਾ ਰਿਹਾ ਸੀ ਕਿ ਜਿਸ ਤਰ੍ਹਾਂ ਅਬਰਾਹਮ ਦੇ ਵੇਲੇ ਪੁੱਤਰ ਮੰਗਿਆ ਪਰ ਲੇਲੇ ਦੀ ਬਲੀ ਹੋਈ, ਹੁਣ ਪ੍ਰਭੂ ਨੇ ਕਿਹਾ ਕਿ ਮੈਂ ਉਹ ਲੇਲਾ ਘੱਲੂ ਜਿਹੜਾ ਲੇਲਾ ਕਹਾਏਗਾ ਪਰ ਉਹ ਪੁੱਤਰ ਹੋਏਗਾ, ਪੁੱਤਰ ਹੋਏਗਾ। ਸੋ ਦੇਖੋ ਪਰਮੇਸ਼ਰ ਦਾ ਮੇਮਣਾ। ਦੋਹਾਂ ਚੇਲਿਆਂ ਨੇ ਯਹੂਨਾ ਨੂੰ ਇਹ ਕਹਿੰਦੇ ਸੁਣਿਆ, ਉਹ ਯਿਸੂ ਦੇ ਪਿੱਛੇ ਚੱਲ ਪਏ। ਯਿਸੂ ਨੇ ਪਿੱਛੇ ਮੁੜ ਕੇ ਆਪਣੇ ਵੱਲ ਆਉਂਦਿਆਂ ਦੇਖਿਆ, ਸੋ ਯਿਸੂ ਨੇ ਉਹਨਾਂ ਦੋਹਾਂ ਨੂੰ ਕਿਹਾ, ਤੁਸੀਂ ਕਿਸ ਨੂੰ ਲੱਭ ਰਹੇ ਹੋ? ਉਹਨਾਂ ਨੇ ਕਿਹਾ, ਰੱਬੀ ਅਰਥਾਤ ਗੁਰੂ ਜੀ, ਤੁਸੀਂ ਕਿੱਥੇ ਰਹਿੰਦੇ ਹੋ? ਯਿਸੂ ਨੇ ਉੱਤਰ ਦਿੱਤਾ, ਆਓ ਤੇ ਦੇਖੋ। ਸੋ ਉਹ ਗਏ ਅਤੇ ਯਿਸੂ ਦੀ ਰਹਿਣ ਦੀ ਥਾਂ ਦੇਖੀ
ਅਤੇ ਬਾਕੀ ਹਿੱਸਾ ਯਿਸੂ ਦੇ ਨਾਲ ਰਹੇ। ਇਹ ਕੋਈ ਦੁਪਹਿਰ ਦੇ 4 ਵਜੇ ਦਾ ਸਮਾਂ ਸੀ। ਹੁਣ ਤੁਸੀਂ ਦੇਖੋ ਉਸ ਦਿਨ ਦੇ ਵਿੱਚ ਕੀ ਕੁਛ ਹੁੰਦਾ ਪਿਆ। ਉਹਨਾਂ ਦੋਹਾਂ ਵਿੱਚੋਂ ਜਿਹੜੇ यूहन्ना ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਤੁਰ ਪਏ, ਇੱਕ ਸ਼ਮਾਉਨ ਪਤਰਸ ਦਾ ਭਰਾ ਆਂਦਰਿਆਸ ਸੀ। ਆਂਦਰਿਆਸ ਸਾਰਿਆਂ ਤੋਂ ਪਹਿਲਾਂ ਆਪਣੇ ਭਰਾ ਸ਼ਮਾਉਨ ਨੂੰ ਮਿਲਿਆ ਅਤੇ ਉਸਨੂੰ ਕਿਹਾ, ਅਸੀਂ ਮਸੀਹ ਅਰਥਾਤ ਪਰਮੇਸ਼ਰ ਦੇ ਅਭਿਸ਼ੇਕਤ ਰਾਜਾ ਨੂੰ ਲੱਭ ਲਿਆ ਹੈ। ਤਾਂ ਸ਼ਮਾਉਨ ਯਿਸੂ ਦੇ ਕੋਲ ਆਇਆ। ਯਿਸੂ ਨੇ ਸ਼ਮਾਉਨ ਨੂੰ ਬੜੇ ਧਿਆਨ ਦੇ ਨਾਲ ਦੇਖਿਆ ਤੇ ਕਿਹਾ, ਤੂੰ यूहन्ना ਦਾ ਪੁੱਤਰ ਹੈ, ਤੂੰ ਕੈਫਾ ਅਰਥਾਤ ਪਤਰਸ ਕਹਾਂਗਾ। ਅਗਲੇ ਦਿਨ ਯਿਸੂ ਗਲੀਲ ਦੇ ਇਲਾਕੇ ਵਿੱਚ ਜਾਣ ਦਾ ਇਰਾਦਾ ਕੀਤਾ। ਉੱਥੇ ਉਹਨਾਂ ਨੂੰ ਫਿਲਿਪਸ ਮਿਲਿਆ। ਯਿਸੂ ਨੇ ਫਿਲਿਪਸ ਨੂੰ ਕਿਹਾ, ਮੇਰੇ ਪਿੱਛੇ ਆ। ਫਿਲਿਪਸ ਆਂਦਰਿਆਸ ਅਤੇ ਪਤਰਸ ਦੇ ਨਗਰ ਬੈਤਸੈਦਾ ਦਾ ਰਹਿਣ ਵਾਲਾ ਸੀ। ਸੋ ਇਹ ਸਾਰੇ ਦਾ ਸਾਰਾ ਗਰੁੱਪ ਜਿਹੜਾ ਸੀ, ਇਹ यूहन्ना ਬਪਤਿਸਮਾ ਦੇਣ ਵਾਲੇ ਦਾ ਤਿਆਰ ਕੀਤਾ ਗਰੁੱਪ ਸੀ, ਜਿਹੜਾ ਪਹਿਲਾ ਸੈੱਟ ਅਸੀਂ ਦੇਖਦੇ ਪਏ। ਔਰ ਫਿਲਿਪਸ ਆਂਦਰਿਆਸ ਅਤੇ ਪਤਰਸ ਦੇ ਨਗਰ ਬੈਤਸੈਦਾ ਦਾ ਰਹਿਣ ਵਾਲਾ ਸੀ ਕਿ ਫਿਲਿਪਸ ਨਥਾਨੀਅਲ ਨੂੰ ਮਿਲਿਆ ਅਤੇ ਉਸਨੇ ਨਥਾਨੀਅਲ ਨੂੰ ਕਿਹਾ, ਜਿਸ ਬਾਰੇ ਮੂਸਾ ਨੇ ਵਿਵਸਥਾ ਦੇ ਵਿੱਚ ਲਿਖਿਆ ਹੈ ਅਤੇ ਨਬੀਆਂ ਨੇ ਵੀ ਲਿਖਿਆ ਹੈ, ਉਸ ਨੂੰ ਅਸੀਂ ਲੱਭ ਰਿਹਾ ਹੈ। ਉਹ ਯੂਸੁਫ ਦਾ ਪੁੱਤਰ ਯਿਸੂ ਹਨ, ਜੋ ਨਾਸਰਤ ਦੇ ਰਹਿਣ ਵਾਲੇ ਹਨ। ਨਥਾਨੀਅਲ ਨੇ ਕਿਹਾ ਕਿ ਨਾਸਰਤ ਚ ਕੋਈ ਚੰਗੀ ਚੀਜ਼ ਨਿਕਲ ਸਕਦੀ ਹੈ। ਫਿਲਿਪਸ ਨੇ ਕਿਹਾ, ਆ ਅਤੇ ਦੇਖ। ਨਾ, ਕਿਉਂਕਿ ਇਹ ਤਾਂ ਦਾਊਦ ਦੇ ਨਗਰ ਦੇ ਵਿੱਚ ਉਸਨੇ ਤਾਂ ਪੈਦਾ ਹੋਣਾ ਸੀ, ਬੈਤਲਹਿਮ ਦੇ ਵਿੱਚ। ਇਹ ਤਾਂ ਨਾਸਰਤ ਤੋਂ, ਸੋ ਇਸ ਕਰਕੇ ਉਸਨੇ ਕਿਹਾ ਨਾਸਰਤ ਤੋਂ ਵੀ ਕੋਈ ਚੰਗੀ ਚੀਜ਼ ਨਿਕਲ ਸਕਦੀ ਹੈ। ਉਸਨੇ ਕਿਹਾ, ਆ ਤੇ ਦੇਖ। ਕੋਈ ਚੀਜ਼ ਅਸੀਂ ਬਾਰ-ਬਾਰ ਦੇਖਦੇ ਪਏ, ਆ ਤੇ ਦੇਖ, ਆ ਤੇ ਦੇਖ, ਆ ਤੇ ਦੇਖ। ਜਦੋਂ ਯਿਸੂ ਨਥਾਨੀਅਲ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਤਾਂ ਉਸਨੇ ਕਿਹਾ, ਦੇਖੋ ਸੱਚਾ ਇਜ਼ਰਾਈਲੀ, ਇਸ ਵਿੱਚ ਕਿਸੇ ਤਰ੍ਹਾਂ ਦਾ ਛਲ ਕਪਟ ਨਹੀਂ ਹੈ। ਨਥਾਨੀਅਲ ਨੇ ਉਹਨਾਂ ਨੂੰ ਕਿਹਾ, ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ? ਯਿਸੂ ਨੇ ਉੱਤਰ ਦਿੱਤਾ, ਫਿਲਿਪਸ ਦੇ ਤੈਨੂੰ ਸੱਦਣ ਤੋਂ ਪਹਿਲਾਂ ਮੈਂ ਤੈਨੂੰ ਅੰਜੀਰ ਦੇ ਰੁੱਖ ਦੇ ਥੱਲੇ ਦੇਖਿਆ ਸੀ। ਉਹ ਕੀ ਕਰਦਾ ਪਿਆ? ਉਹ ਛੁਪ ਕੇ ਪ੍ਰਾਰਥਨਾ ਕਰਦਾ ਪਿਆ। ਕਿਉਂਕਿ ਇਜ਼ਰਾਈਲ ਦੇ ਵਿੱਚ ਤਾਂ ਅੰਜੀਰ ਦੇ ਰੁੱਖ ਬਹੁਤ ਵੱਡੇ ਵੱਡੇ ਆ, ਐਡੇ ਵੱਡੇ ਆ, ਭਾਵੇਂ ਮੂਸਲਾਧਾਰ ਬਾਰਿਸ਼ ਹੁੰਦੀ ਹੋਵੇ, ਤੁਸੀਂ ਉਹ ਅੰਜੀਰ ਦੇ ਰੁੱਖ ਦੇ ਥੱਲੇ ਚਲੇ ਜਾਓ ਤਾਂ ਉੱਥੇ ਥੱਲੇ ਮੀਂਹ ਨਹੀਂ ਆਉਂਦਾ। ਜਿਹੜੀਆਂ ਸਾਡੀਆਂ ਛੱਤਾਂ ਦਾ ਡਿਜ਼ਾਈਨ ਆ ਨਾ, ਇਹ ਉੱਥੋਂ ਆਇਆ। ਪੱਤਾ ਜਿਹੜਾ ਇੱਕ ਦੂਜੇ ਤੋਂ ਉੱਤੇ ਗਲੀ ਦਾ ਪੱਤੇ ਤੁਰੇ ਚਲੇ ਜਾਂਦੇ ਥੱਲੇ, ਜਿਹੜੇ ਉਤਲੇ ਪੱਤੇ ਉਹ ਥੱਲੇ ਏਦਾਂ ਅਸੀਂ ਸ਼ਿੰਗਲ ਲਾਉਂਦੇ ਹਾਂ ਛੱਤ ਤੇ। ਪਰ ਦੂਜਾ ਇਹ ਹੈ ਕਿ ਜਦੋਂ ਤੁਸੀਂ ਉਹਦੇ ਥੱਲੇ ਬੈਠੇ ਹੋ, ਫਲ ਲੱਗਾ ਹੈ, ਟਾਹਣੀਆਂ ਥੱਲੇ ਲੱਗੇ, ਤੁਹਾਨੂੰ ਕੋਈ ਦੇਖ ਨਹੀਂ ਸਕਦਾ। ਸੋ ਛੁਪ ਕੇ ਪ੍ਰਾਰਥਨਾ ਕਰੋ। ਇਸੇ ਕਰਕੇ ਉਹਨਾਂ ਨੇ ਕਿਹਾ ਸੀ, यूहन्ना ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ, ਤੂੰ ਸਾਨੂੰ ਵੀ ਸਿਖਾ, ਤੂੰ ਵੀ ਸਾਨੂੰ ਸਿਖਾ। तो उसने कहा सी अपने कमरे ਦੇ ਵਿੱਚ ਜਾਓ। ਬੇਸਿਕਲੀ ਸੇਮ ਟੀਚਿੰਗ यूहन्ना ਇਹਨਾਂ ਨੂੰ ਦੇ ਰਿਹਾ ਸੀ। ਸੋ ਉਸਨੇ ਕਿਹਾ, ਜਿਸ ਵੇਲੇ ਤੂੰ ਤਾਂ ਨਥਾਨੀਅਲ ਇੱਕਦਮ ਬੋਲ ਉੱਠਿਆ, ਗੁਰੂ ਜੀ ਤੁਸੀਂ ਤਾਂ ਪਰਮੇਸ਼ਵਰ ਦੇ ਪੁੱਤਰ ਹੋ, ਤੁਸੀਂ ਇਜ਼ਰਾਈਲ ਦੇ ਰਾਜਾ ਹੋ। ਯਿਸੂ ਨੇ ਉਸਨੂੰ ਕਿਹਾ, ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਹੈ ਕਿ ਮੈਂ ਤੈਨੂੰ ਇਹ ਦੱਸਿਆ ਕਿ ਮੈਂ ਤੈਨੂੰ ਅੰਜੀਰ ਦੇ ਰੁੱਖ ਦੇ ਥੱਲੇ ਦੇਖਿਆ ਸੀ? ਤੂੰ ਇਸ ਤੋਂ ਵੀ ਵੱਡੇ ਵੱਡੇ ਕੰਮ ਦੇਖੇਂਗਾ। ਯਿਸੂ ਨੇ ਕਿਹਾ, ਮੇਰੇ ਤੇ ਵਿਸ਼ਵਾਸ ਕਰੋ, ਤੁਸੀਂ ਸਵਰਗ ਨੂੰ ਖੁੱਲਿਆ ਹੋਇਆ ਦੇਖੋਗੇ ਤੇ ਪਰਮੇਸ਼ਵਰ ਦੇ ਸਵਰਗ ਦੂਤਾਂ ਨੂੰ ਮਨੁੱਖ ਦੇ ਪੁੱਤਰ ਦੇ ਪੁੱਤਰ ਦੀ ਹੇਠਾਂ ਤੇ ਚੜ੍ਹਦੇ ਦੇਖੋਗੇ। ਸਵਰਗ ਨੂੰ ਖੁੱਲ੍ਹਾ ਦੇਖੋਗੇ। ਪ੍ਰਭੂ ਦਾ ਸ਼ੁਕਰ ਹੈ ਜਿਹੜੀਆਂ ਬਰਕਤਾਂ ਸਾਨੂੰ ਪ੍ਰਭੂ ਦੇ ਵਿੱਚ ਮਿਲ ਗਈਆਂ। ਪ੍ਰਭੂ ਦਾ ਸ਼ੁਕਰ ਹੈ ਕਿ ਦੇਖੋ ਕਿੱਥੋਂ ਤੁਰੇ ਸੀ ਅਸੀਂ, ਕਿੱਥੇ ਪਹੁੰਚ ਗਏ, ਕੀ ਬਣ ਗਏ ਸੀ ਅਸੀਂ। ਬਾਅਦ ਦੇ ਵਿੱਚ ਝੂਠੀਆਂ ਕਹਾਣੀਆਂ ਦੇ ਨਾਲ ਸਭ ਕੁਝ ਢੱਕ ਲਿਆ, ਸਾਰੇ ਪਾਪ ਢੱਕ ਲਏ ਔਰ ਜਾਤਾਂ ਦੇ ਵਿੱਚ ਵੰਡ ਕੇ ਆਪ ਉੱਚੇ ਹੋ ਕੇ ਬਹਿ ਗਏ।
एडा बड़ा पाप प्रभु ने साडा माफ किया, कितना कंकोर पाप सी जिथों असीं निकल के आए। वो जात बात ते बंधन जो साडे बजुर्गां ने पाए सके सिर्फ अपने आप को उच्चा कहण दे लई। और किड्डी बड़ी बरकत प्रभु ने दी है, किड्डी बड़ी। अगर सिर्फ उसे चीज नूं असीं देखीए तां किड्डा बड़ा पाप प्रभु ने साडा माफ किया। और असीं उसकी हज़ूरी दे विच आए, जो उसने वादा दिता सी कि सब कौमां तेरे तो बरकत प्राप्त कर। अब्राहम तो बरकत प्राप्त कर। अब्राहम उस लाइन दे विचों, प्रभु दी लहू दी लाइन दे विचों मरियम पैदा हुई, जिस दी कुख दे विचों प्रभु यीशु पैदा हुए। बड़ा अमेजिंग थिंग। कि बड़ी प्यारी है। मैं आई डोंट बिलीव इट इन मच, क्योंकि इसनों साडे कैथलिक भैन भरा बहुत यूज करते हैं। कहते कि जिस तरह मसीह धरती दीयां नीआं रखण तो पहला सलीब ते चढ़ा दिता गया सी, इसलिए असीं 3:15 पढ़ते हैं उत्पत्ति। उसी तरह धरती दीयां नीआं रखण तो पहला ही मरियम उस दे नाल गर्भवती सी। It's just their thought कि जिसले लाइन तुर पई सी, उस लाइन दे विच जिहड़ी मरियम सीगी वो ऑलरेडी पुत्र दे नाल सी। बस उसने पैदा किया, सही समय पे आके पैदा किया उसने। जस्ट अ थॉट। प्रभु का बहुत शुक्र, प्रभु का बहुत शुक्र। और दूसरी चीज ये जिहड़ी असीं हुण देख के हटे, मैं तुहानूं साडा टाइम भी हो गया, लेकिन जिहड़ी मैं तुहानूं दिखाउणी मंगदा सी इत्थे कि किद्दां प्रभु दा वचन जुड़िया। अच्छा, असीं मसीह दे आउण तो हाले 1830 साल पिछे 30 साल पिछे तुरे हैं, लेकिन इत्थे असीं मसीह आ गया है। प्रभु यीशु मसीह की इस वेले उम्र 30 साल की। और देखो कितना प्रभु का वचन जुड़े। इट इज नॉट गोइंग इधर उधर नहीं जा रहा। देयर इज नो शायद। इको ही तीर जड़ा निशाने बन जा रहा, और इको ही रस्ता जड़ा जा रहा, छोटा रस्ता जड़ा असीं अदन दे बाग तो जड़ा शुरू होया, उस ओही छोटा रस्ता असीं देखते पाए हैं। और थोड़े चलते पाए, थोड़े जड़े चलते पाए, चंद नाम असीं पढ़ते पाए धरती दे बेसिकली इंसान की शुरुआत तो चंद नाम असीं पढ़ते पाए। और उन्हां नामां दे विच भी थोड़े आ जिहड़े जिन्हां दा ध्यान प्रभु दे वल। असीं देखते पाए हैं कि आदम तो बाद हनूक का जिसका ध्यान सैथ था, उसका बेटा जड़ा उसका ध्यान प्रभु दे वाला। सैथ तो बाद हनूक का जिसका ध्यान प्रभु दे वाला। हनूक तो बाद नोहा जिसका ध्यान प्रभु दे वाला। फिर उसका पोता अर्फक्षद दा जड़ा जिसका ध्यान प्रभु दे वाला। उस तो बाद अब्राहम जिसका ध्यान प्रभु दे वाला। और असीं बेसिकली आ गए हैं उस हिस्से तक जिथे अब्राहम की पत्नी ने मर जाना और नोहा दा बेटा हले जिंदा है, शैम हले आप जिंदा है। पर बरकत ऑलरेडी अब्राहम नूं मिल गई, शैम दे कोल क्यों नहीं? ठीक, वो बरकत शैम दे कोल क्यों नहीं? शैम एक गवला वो वादी है, लेकिन जड़ियां उचाइयां हैं ओदा पोता अर्शद ओहो
मरण तो पहला वो बरकत अपने पड़पोते नूं दे के गया, अब्राहम नूं दे के गया। और वो लैंग्वेज यूज करदा पिया जिहड़ी साडी बिबलिकल थियोलॉजिकल जिहड़ी साडी लैंग्वेज, परम प्रधान परमेश्वर, परम प्रधान परमेश्वर जिहड़ा तैनूं जित्तां दे रिहा, ਉਹਦੇ नाम दे विच मैं तेरे को, उसने उसनूं रोटी दित्ती, उसने उसनूं दाखरस दित्ती, ਉਹੀ प्रभु ने सानूं दित्ती, इसलिए उसने सानूं बिखेरिया, उत्थे एक नूं मिली, प्रभु ने बहुतियां नूं दित्ती। हुण खानदान अगे लैके जाए, प्रभु दा खानदान हुण असीं वड्डा हुंदा देखदे पए, रस्ता छोटा है पर खानदान बड़ा है। ठीक, सो प्रभु का बहुत शुक्र है। कल नूं असीं इन्हां चीज़ां नूं होर खोलांगे और कल नूं देखांगे कि खुदाबंद दी बरकत किस तरह अपने लोकां दे उत्ते आउंदी है, प्रभु किदां वधाउंदा पिया अब्राहम दे खानदान। बहुत सारियां चीज़ां कल नूं देखांगे जिहड़ियां सच्चाईयां आ, जिन्हां नूं जाके तुसीं देख सकदे हो, बेसिकली उन्हां चीज़ां नूं असीं देखण शुरू करांगे। जी तेरा बहुत शुक्र करते हैं इस समय के लिए खुदाबंद, एक बार फिर असीं अपने देश हिंदुस्तान की लिए खुदाबंद दुआ करते पे। प्यारे प्रभु इस वेले सारे पासे त्राही त्राही मची पई है खुदाबंद, 3-3 मील सड़कां प्रभु जी, सड़कां दे उत्ते खुदाबंद मुर्दियां नूं जलाया जा रहा। प्यारे प्रभु लोकां दे कोल जलाउण नूं पैसे नहीं, वो रात नूं प्रभु जी अपने प्यारियां नूं उत्थे छड्ड जांदे, चोरी छड्ड जांदे। खुदाबंद साडी सरकार उसनूं एक हिंदू राज बनाउण दे लई करदी, पाप दी हद है प्रभु जी। पर जिन्ना पाप बढ़ता उन्नी तेरी कृपा बढ़ती। तेरी कृपा प्रभु जी काफी है। प्रभु जी इस वेले अपने गुस्से नूं खुदाबंद थाम और रहम कर, खुदा दया कर। यही तो असीं मंग सकते। मेरे भरा बेदी दे उत्ते भी प्रभु जी तेरा रहम बनिया रहे, अपनी तंदुरुस्ती का दान प्रभु जी तू अपने बंदे नूं दे, ताकि प्रभु जी असीं अपने भरा नूं दी जिंदगी दी एक नवीं टेस्टमनी सुन सके। इसी तरह प्रभु जी तो उसके खानदान घर दे विच बुजुर्ग है प्रभु जी, सब दे नाम तू तेरा राखी वाला हथ प्रभु जी सब दे नाम। सारे समय नूं प्रभु जी तेरे हत्थां च दिंदे, जो कुछ असीं तेरे वचन दे विचों देखिया खुदावंद साडे दिलां दे खजानियां दे विच प्रभु जी वो बस जाए, समय समय सिर याद आए जदों सानूं इसदी जरूरत हो, आत्मा याद कराए और असीं तेरे विश्वास दे विच प्रभु जी तेरी मदद दे नाल बुरे और बुराई तो सानूं बचा के रखी, अपनी नजदीकी दे विच बना के रखी। सब कुछ असीं अपने प्यारे प्रभु यसु मसीह दी मिठी और प्यारे नाम दे विच मंगदे और सारे ब्लेस यू प्रभु, तुहानूं सब नूं बरकत दे। और कल नूं असीं अमेजिंग चैप्टर जिहड़े अगले आ रहे उन्हां नूं देखांगे, किस तरह प्रभु दा हाथ हुण उसदे खानदान दे नाल बनदा पिया और किदां हुण असीं देखांगे कि अब्राहम ते उसदे बेटे दा विआह सेम साल, इक्को साल दोनों ने विआह करवाया। सो वो भी देखांगे। खुदा बरकत है तुहाडे सारिआं दे नाल।